ਸ਼ੁਕਰ ਕਰਦੇ ਹਾਂ ਪ੍ਰਭੂ ਜੀ ਇੱਕ ਜਨ ਜੋ ਇੱਥੇ ਆਇਆ ਉਸ ਨੂੰ ਬਰਕਤ ਦੇ ਖੁਦਾਵੰਦ। ਔਰ ਅੱਜ ਖਾਸ ਤੌਰ 'ਤੇ ਜੋ ਅਸੀਂ ਵਚਨ 'ਚੋਂ ਸਿੱਖੀਏ 100 ਗੁਣਾ ਫਲ ਲੈ ਕੇ ਆਏ, 100 ਗੁਣਾ ਫਲ ਲੈ ਕੇ ਆਏ, ਕਿਉਂਕਿ ਅਸੀਂ 30 ਗੁਣਾ 60 ਗੁਣਾ ਨਹੀਂ 100 ਗੁਣਾ ਫਲ ਵਾਲੀ ਧਰਤੀ ਹੈ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਔਰ ਅੱਜ ਇੱਕ ਵਿਸ਼ਵਾਸ ਦਾ ਆਤਮਾ, ਪਿਤਾ ਮੈਂ ਮੰਗਦਾ ਵਿਸ਼ਵਾਸ ਦਾ ਆਤਮਾ ਇਸ ਜਗ੍ਹਾ 'ਤੇ ਕੰਮ ਕਰੇ। ਹਾਲੇਲੂਇਆ, ਥੈਂਕ ਯੂ ਜੀਸਸ, ਪ੍ਰੇਜ਼ ਦ ਲਾਰਡ, ਗਲੋਰੀ ਟੂ ਦ ਗੋਡ। ਹਾਲੇਲੂਇਆ, ਥੈਂਕ ਯੂ ਜੀਸਸ। ਅੱਜ ਜੋ ਆਪਾਂ ਦੇਖਾਂਗੇ ਬਾਈਬਲ ਦੇ ਵਿੱਚੋਂ ਬਹੁਤ ਇੰਪੋਰਟੈਂਟ ਚੀਜ਼ ਨੂੰ ਅੱਜ ਅਸੀਂ ਸਿੱਖਾਂਗੇ। ਅੱਜ ਪ੍ਰੀਚਿੰਗ ਨਹੀਂ, ਆਪਾਂ ਟੀਚਿੰਗ ਹੀ ਕਹਿ ਸਕਦੇ। ਅੱਜ ਆਪਾਂ ਥੋੜ੍ਹਾ ਸਿੱਖਾਂਗੇ ਬਾਈਬਲ ਦੇ ਵਿੱਚੋਂ ਕਿ ਦੁਨੀਆ ਦੇ ਉੱਤੇ ਕਿਸ ਤਰ੍ਹਾਂ ਸ਼ੈਤਾਨ ਅੱਜ ਰਾਜ ਕਰਦਾ ਪਿਆ। ਅੱਜ ਅਸੀਂ ਐਨਮੀ ਨੂੰ ਐਕਸਪੋਜ਼ ਕਰਨਾ, ਸ਼ੈਤਾਨ ਨੂੰ ਕੀ ਕਰਨਾ, ਐਕਸਪੋਜ਼। ਬਾਈਬਲ ਦੇ ਵਿੱਚੋਂ ਕਰਾਂਗੇ ਆਪਾਂ ਕਿ ਕਿਸ ਤਰ੍ਹਾਂ ਉਹ ਕੰਮ ਕਰਦਾ ਹੈ। ਜਦੋਂ ਐਨਮੀ ਨੂੰ ਹਰਾਉਣਾ ਹੁੰਦਾ ਹੈ ਨਾ, ਜਦੋਂ ਅਸੀਂ ਦੁਸ਼ਮਣ ਨੂੰ ਹਰਾਉਣਾ ਹੁੰਦਾ ਆ, ਪਹਿਲੇ ਉਹਨੂੰ ਜਾਣਨਾ ਬੜਾ ਜ਼ਰੂਰੀ ਹੁੰਦਾ ਆ ਕਿ ਉਹ ਕਿੱਦਾਂ ਕੰਮ ਕਰਦਾ ਆ, ਕਿੱਦਾਂ ਸੋਚਦਾ ਆ। ਕਿਉਂਕਿ ਜਦੋਂ ਮਿਲਟਰੀ ਵੀ ਕੋਈ ਇੱਕ ਦੇਸ਼ ਪਲੈਨਿੰਗ ਕਰਦਾ ਆ ਦੂਸਰੇ ਦੇਸ਼ 'ਤੇ ਅਟੈਕ ਕਰਨ ਦੇ ਲਈ, ਉਹ ਪਹਿਲੇ ਬੈਠ ਕੇ ਸਲਾਹ ਕਰਦੇ ਆ, ਪੂਰੀ ਪਲੈਨਿੰਗ ਕਰਦੇ ਆ ਕਿ ਕਿੱਦਾਂ ਅਸੀਂ ਅਟੈਕ ਕਰਾਂਗੇ, ਕਿੱਦਾਂ ਅਸੀਂ ਉੱਥੋਂ ਨਿਕਲਾਂਗੇ ਕਿ ਸਾਨੂੰ ਵਿਕਟਰੀ ਮਿਲੇ। ਠੀਕ ਹੈ। ਸੋ ਕ੍ਰਿਸਚਨ ਲਾਈਫ 'ਚ ਵੀ ਜੇ ਵਿਕਟਰੀ ਚਾਹੀਦੀ ਆ, ਵਿਕਟਰੀ ਦੇਖਣੀ ਆ, ਅਤੇ ਸਾਨੂੰ ਐਨਮੀ ਨੂੰ ਵੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ। ਅਸੀਂ ਜਾਣਦੇ ਹਾਂ ਕਿ ਸਾਡੀ ਲੜਾਈ ਜਿਹੜੀ ਆ ਉਹ ਮਾਸ ਦੇ ਨਾਲ ਅਤੇ ਖੂਨ ਦੇ ਨਾਲ ਨਹੀਂ ਹੈ। ਕਿਹਦੇ ਨਾਲ? ਅੰਧੇਰੇ ਦੀਆਂ ਤਾਕਤਾਂ ਦੇ ਨਾਲ, ਪ੍ਰਿੰਸੀਪੈਲਿਟੀਜ਼ ਦੇ ਨਾਲ। ਜਿਹੜੀਆਂ ਤਾਕਤਾਂ ਸਾਨੂੰ ਦਿਖਦੀਆਂ ਨਹੀਂ ਹੈ ਪਰ ਉਹ ਵਰਕ ਕਰਦੀਆਂ। ਠੀਕ ਹੈ ਜੀ। ਹੁਣ ਉਹ ਰੋਸ਼ਨੀ ਉੱਥੇ ਜਲਦੀ ਪਈ ਆ, ਇੱਥੇ ਜਲਦੀ ਪਈ ਆ, ਇਸ ਕਰਕੇ ਸਾਨੂੰ ਇੱਥੇ ਸਭ ਕੁਝ ਦਿਖਦਾ ਪਿਆ ਪਰ ਉੱਧਰ ਨਹੀਂ ਹੈ। ਇਸ ਕਰਕੇ ਸਾਨੂੰ ਉੱਧਰ ਕੋਈ ਨਹੀਂ ਦਿਖਦਾ ਪਿਆ ਕਿਉਂਕਿ ਉੱਧਰ ਅੰਧੇਰਾ ਆ। ਸੋ ਜਦੋਂ ਅਸੀਂ ਯੀਸ਼ੂ ਨੂੰ ਪਹਿਨ ਲੈਂਦੇ ਹਾਂ, ਬੈਪਟਾਈਜ਼ ਕਰ ਦਿੰਦੇ ਹਾਂ, ਨਵਾਂ ਜਨਮ ਪਾ ਲੈਂਦੇ ਹਾਂ, ਅਸੀਂ ਕੀ ਬਣ ਜਾਂਦੇ ਹਾਂ? ਯੀਸ਼ੂ ਦੇ। ਅਤੇ ਯੀਸ਼ੂ ਨੇ ਕੀ ਕਿਹਾ? ਮੈਂ ਜਗਤ ਦੀ ਚਾਨਣ ਹੈ, ਰੋਸ਼ਨੀ ਹੈ। ਅਤੇ ਜਿਹੜਾ ਚਾਨਣ ਹੈ ਉਹ ਸਾਨੂੰ ਹੈਲਪ ਕਰਦਾ ਆ ਜਿਹੜੀਆਂ ਚੀਜ਼ਾਂ ਅਣਦੇਖੀਆਂ ਉਹਨਾਂ ਨੂੰ ਦੇਖਣ 'ਚ। ਜਦੋਂ ਲੇਡੀਜ਼ ਤੁਸੀਂ ਘਰੇ ਕੰਮ ਕਰਦੇ ਆ, ਜਦੋਂ ਸਵੇਰ ਨੂੰ ਸੂਰਜ ਚੜ੍ਹਿਆ ਹੁੰਦਾ, ਕਦੀ ਰੋਸ਼ਨਦਾਨ 'ਚੋਂ ਦੇਖਿਆ ਜਦੋਂ ਲਾਈਟ ਥੱਲੇ ਨੂੰ ਆਉਂਦੀ ਹੈ? ਦੇਖਿਆ? ਉਹਦੇ ਵਿੱਚ ਜੋ ਬਰੀਕ ਚੀਜ਼ਾਂ ਹੁੰਦੀਆਂ ਉਸ ਰੋਸ਼ਨੀ ਕਰਕੇ ਸਾਨੂੰ ਦਿਖਦੀਆਂ। ਸਾਡੀ ਨੰਗੀ ਅੱਖ ਉਹਨੂੰ ਨਹੀਂ ਦੇਖ ਸਕਦੀ, ਪਰ ਉਹ ਰੋਸ਼ਨੀ ਸਾਡੀ ਹੈਲਪ ਕਰਦੀ ਆ ਉਹਨਾਂ ਨੂੰ ਦੇਖਣ ਦੇ ਲਈ। ਇਸੇ ਤਰ੍ਹਾਂ ਯੀਸ਼ੂ ਦੀ ਰੋਸ਼ਨੀ ਜਿਹੜੀ ਆ ਉਹ ਸਾਨੂੰ ਨਿੱਕੀਆਂ ਜਿਹੜੀਆਂ ਚੀਜ਼ਾਂ ਆ ਦੇਖਣ 'ਚ ਮਦਦ ਕਰਦੀ ਆ, ਕਿਉਂਕਿ ਫਿਰ ਅਸੀਂ ਬਲਾਈਂਡ ਨਹੀਂ ਆ। ਕਿਉਂਕਿ ਜਦੋਂ ਬਾਈਬਲ ਨੂੰ ਗੌਰ ਨਾਲ ਪੜ੍ਹੋ, ਉੱਥੇ ਕੀ ਲਿਖਿਆ ਹੋਇਆ ਕਿ ਇਹ ਦੇਖਦੇ ਹੋਏ ਵੀ ਨਹੀਂ ਦੇਖਦੇ, ਇਹ ਸੁਣਦੇ ਹੋਏ ਵੀ ਨਹੀਂ ਸੁਣਦੇ, ਕਿਉਂਕਿ ਉਹਨਾਂ ਦੀਆਂ ਅੱਖਾਂ ਬੰਦ ਹੋਈਆਂ ਪਈਆਂ। ਪਰ ਜਦੋਂ ਯੀਸ਼ੂ ਦੇ ਵਿੱਚ ਅਸੀਂ ਆ ਜਾਂਦੇ ਹਾਂ, ਯੀਸ਼ੂ ਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰ ਲੈਂਦੇ ਹਾਂ, ਸਾਲਵੇਸ਼ਨ ਪਾ ਲੈਂਦੇ ਹਾਂ, ਅਸੀਂ ਕੀ ਬਣ ਗਏ? ਉਹਦੇ ਧੀਆਂ ਤੇ ਪੁੱਤਰ। ਤਾਂ ਫਿਰ ਉਹ ਰੋਸ਼ਨੀ ਹੈ ਅਤੇ ਅਸੀਂ ਵੀ ਕੀ ਆ? ਰੋਸ਼ਨੀ ਆ। ਸੋ ਜੋ ਉਹ ਦੇਖ ਸਕਦਾ ਆ, ਫਿਰ ਅਸੀਂ ਵੀ ਦੇਖ ਸਕਦੇ ਹਾਂ। ਇਸ ਲਈ ਜੋ ਬਰੀਕ ਚੀਜ਼ਾਂ ਹੁੰਦੀਆਂ ਆ, ਜੋ ਅਸੀਂ ਇੱਕ ਆਮ ਇਨਸਾਨ ਨਹੀਂ ਦੇਖ ਸਕਦਾ, ਉਹ ਫਿਰ ਖੁਦਾ ਦੇ ਬੰਦੇ, ਖੁਦਾ ਦੇ ਚੇਲੇ ਉਹਨਾਂ ਨੂੰ ਦੇਖ ਸਕਦੇ ਆ। ਹਾਲੇਲੂਇਆ। ਸੋ ਅਸੀਂ ਉਹੀ ਬਣਨਾ ਆ। ਮੇਰੇ ਆਉਣ ਦਾ ਮਕਸਦ ਇਹ ਹੈ ਕਿ ਜੋ ਮੇਰੇ ਕੋਲ ਆ ਮੈਂ ਉਹ ਤੁਹਾਨੂੰ ਦੇਵਾਂ। ਯੀਸ਼ੂ ਨੇ ਕੀ ਕਿਹਾ ਸੀਗਾ ਕਿ ਜੋ ਯੀਸ਼ੂ ਨੂੰ ਮਿਲਿਆ ਸੀ ਉਹੀ ਸਾਨੂੰ ਉਹਨੇ ਦਿੱਤਾ। ਉਹਨੂੰ ਹੋਲੀ ਸਪਿਰਿਟ ਮਿਲਿਆ ਔਰ ਉਹੀ ਸਾਨੂੰ ਦੇ ਕੇ ਗਿਆ। ਸੋ ਜੋ ਮੈਨੂੰ ਮਿਲਿਆ ਆ, ਮੇਰੀ ਵੀ ਇਹੀ ਕੋਸ਼ਿਸ਼ ਆ ਕਿ ਮੈਂ ਤੁਹਾਨੂੰ ਦੇ ਕੇ ਜਾਵਾਂ, ਕਿ ਜੋ ਮੈਂ ਦੇਖ ਸਕਦਾ ਸਪਿਰਿਟ ਦੇ ਵਿੱਚ ਤੁਸੀਂ ਵੀ ਦੇਖ ਸਕੋ। ਹਾਲੇਲੂਇਆ। ਸੋ ਅੱਜ ਅਸੀਂ ਐਨਮੀ ਨੂੰ ਦੇਖਾਂਗੇ, ਐਨਮੀ 'ਤੇ ਸਟੱਡੀ ਕਰਨੀ ਹੈ। ਠੀਕ ਹੈ। ਸੋ ਬਾਈਬਲ ਸਾਨੂੰ ਬੜੇ ਦੱਸਦੀ ਹੈ ਕਿ ਜਿਹੜਾ ਸ਼ੈਤਾਨ ਆ ਉਹ ਲੂਸੀਫਰ ਸੀ, ਜਿਹੜਾ ਪਰਮੇਸ਼ਵਰ ਦੀ ਆਰਾਧਨਾ ਕਰਦਾ ਹੁੰਦਾ ਸੀਗਾ। ਠੀਕ ਹੈ। ਪਰ ਉਹਦੇ ਵਿੱਚ ਜਦੋਂ ਘਮੰਡ ਆਇਆ, ਉਹ ਧਰਤੀ 'ਤੇ ਥੱਲੇ ਸੁੱਟਿਆ
ਗਿਆ। ਸੋ ਫਸਟ ਉਹ ਕੀ ਹੈ, ਇੱਕ ਫੋਲਿੰਗ ਐਂਜਲ। ਕੀ ਹੈ? ਫੋਲਿੰਗ ਐਂਜਲ, ਸੁੱਟਿਆ ਹੋਇਆ ਫਰਿਸ਼ਤਾ। ਬਟ ਹੀ ਇਜ਼ ਨੋਟ ਅ ਗੋਡ, ਉਹ ਖੁਦਾ ਨਹੀਂ ਹੈ। ਸੋ ਹੀ ਉਹ ਸਾਡੇ ਮਾਈਂਡ ਨੂੰ ਨਹੀਂ ਪੜ੍ਹ ਸਕਦਾ। ਸ਼ੋ ਸਾਰੇ ਐਗਰੀ ਆ, ਕਿਉਂਕਿ ਐਂਜਲਸ ਲਿਮਟਡ ਹੈ। ਯੂ ਅੰਡਰਸਟੈਂਡ? ਸਮਝਦੇ ਸਾਰੇ? ਐਂਜਲ ਲਿਮਟਡ ਹੈ। ਜੋ ਗੋਡ ਆ, ਜਿਸ ਨੇ ਸਾਨੂੰ ਕ੍ਰੀਏਟ ਕੀਤਾ ਆ, ਉਹ ਸਾਡੀ ਇੱਕ ਇੱਕ ਨਸ ਨੂੰ ਜਾਣਦਾ ਆ। ਸੋ ਜਦੋਂ ਐਨਮੀ ਸਾਨੂੰ ਪੜ੍ਹ ਹੀ ਨਹੀਂ ਸਕਦਾ, ਉਹ ਦੇਖਦਾ ਹੁੰਦਾ ਆ ਕਿ ਇਹ ਕਰਦੇ ਕੀ ਹੈ। ਠੀਕ ਹੈ? ਉਹ ਕੀ ਕਰਦਾ ਹੁੰਦਾ? ਦੇਖਦਾ ਹੁੰਦਾ ਆ। ਇੱਥੇ ਖੜਾ ਹੋਇਆ, ਉਹ ਦੇਖਦਾ ਪਿਆ ਆ। ਉਹਦੀ ਕੋਸ਼ਿਸ਼ ਕੀ ਹੁੰਦੀ ਹੈ ਕਿ, ਪਰ ਇੱਕ ਗੱਲ ਹੋਰ ਸਿੱਖੋ ਕਿ ਜਿਹੜੇ ਯੀਸ਼ੂ ਨੂੰ ਪਹਿਨੇ ਹੋਏ, ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਯੀਸ਼ੂ ਦਾ ਸ਼ਬਦ ਨਿਕਲਦਾ ਆ, ਉਹਨਾਂ ਦੇ ਅੰਦਰ ਉਹ ਕਦੇ ਨਹੀਂ ਆ ਸਕਦਾ। ਠੀਕ ਹੈ? ਫਿਰ ਉਹ ਉਹਨਾਂ ਨੂੰ ਕੀ ਕਰੂਗਾ? ਬਾਹਰੋਂ ਪਿੰਚ ਕਰਦਾ ਆ। ਠੀਕ ਹੈ? ਹੁਣ ਜਿਹੜੇ ਖਾਲੀ ਪਏ ਹੁੰਦੇ ਆ, ਬਾਈਬਲ 'ਚ ਕੀ ਲਿਖਿਆ ਆ ਕਿ ਜਦੋਂ ਇੱਕ ਦੁਸ਼ਟ ਆਤਮਾ ਨਿਕਲਦੀ ਆ, ਉਹ ਚਲੇ ਜਾਂਦੀ ਹੈ ਔਰ ਦੇਖਦੀ ਹੈ ਕਿ ਉਹਨੂੰ ਕੋਈ ਠਿਕਾਣਾ ਨਹੀਂ ਲੱਭਦਾ, ਪਰ ਵਾਪਸ ਆ ਕੇ ਦੇਖਦੀ ਹੈ ਕਿ ਘਰ ਸਾਫ਼ ਸੁਥਰਾ ਪਿਆ ਹੋਇਆ, ਖਾਲੀ, ਬੜਾ ਸੋਹਣਾ। ਫਿਰ ਉਹਦੇ ਵਿੱਚ ਅੰਦਰ 7 ਨਾਲ ਲੈ ਕੇ ਆਉਂਦੀ ਹੈ, ਕਿਉਂਕਿ ਉਹ ਘਰ ਭਰਿਆ ਹੋਇਆ ਨਹੀਂ ਆ। ਪਰ ਜਦੋਂ ਅਸੀਂ ਯੀਸ਼ੂ ਨੂੰ ਪਹਿਨੇ ਹੋਏ ਆ, ਯੀਸ਼ੂ ਸਾਡੇ ਅੰਦਰ ਹੈ, ਫਿਰ ਐਨਮੀ ਸਾਡੇ ਅੰਦਰ, ਮਤਲਬ ਅਸੀਂ ਉਹਦੇ ਨਾਲ ਪੋਜ਼ੈਸਡ ਨਹੀਂ ਹੋ ਸਕਦੇ। ਫਿਰ ਉਹ ਕੀ ਕਰਦਾ ਆ? ਸਾਨੂੰ ਬਾਹਰੋਂ ਪਿੰਚ ਕਰਦਾ ਆ, ਹਾਲਾਤ ਲੈ ਕੇ ਆਉਂਦਾ। ਸਾਨੂੰ ਕੀ ਕਰਨ ਦੇ ਲਈ? ਸਾਡੇ ਦਿਲ ਨੂੰ ਤੋੜਨ ਦੇ ਲਈ, ਸਾਨੂੰ ਡਿਸਕਰਜ ਕਰਨ ਦੇ ਲਈ ਹਾਲਾਤ ਪੈਦਾ ਕਰੂਗਾ। ਔਰ ਸਾਨੂੰ ਡਿਸਕਰਜ ਕਰੂਗਾ, ਸਾਡੀ ਪ੍ਰਾਰਥਨਾ ਨੂੰ ਕਹੂਗਾ, ਦੇਖ ਉੱਤਰ ਤਾਂ ਆਇਆ ਨਹੀਂ, ਆਇਆ ਹੀ ਨਹੀਂ ਉੱਤਰ, ਆਇਆ ਹੀ ਨਹੀਂ ਉੱਤਰ, ਆਇਆ ਹੀ ਨਹੀਂ। ਔਰ ਅਸੀਂ ਕੀ ਕਰਦੇ ਨੇ? ਪ੍ਰੇਅਰ ਬੰਦ ਕਰ ਦਿੰਦੇ। ਪਰ ਜਿਹੜੇ ਅੰਦਰੋਂ ਖਾਲੀ ਹੁੰਦੇ ਆ, ਔਰ ਉਹਨਾਂ ਦੇ ਅੰਦਰ ਉਹ ਆ ਜਾਂਦਾ ਤੇ ਉਹਨਾਂ ਨੂੰ ਉਹ ਕੰਟਰੋਲ ਕਰਨਾ ਸ਼ੁਰੂ ਕਰ ਦਿੰਦਾ। ਅਸੀਂ ਦੇਖਦੇ ਨਾ ਕਈ ਔਰਤਾਂ ਇੱਥੇ ਖੇਡਦੀਆਂ ਹੁੰਦੀਆਂ, ਕਿਉਂਕਿ ਉਹ ਐਨਮੀ ਉਹਨਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦਾ। ਸੋ ਫਿਰ ਸੋਚੋ, ਇਸ ਸਿੱਕੇ ਦਾ ਦੂਸਰਾ ਹਿੱਸਾ ਸੋਚੋ ਕਿ ਜਦੋਂ ਮੈਂ ਹੋਲੀ ਸਪਿਰਿਟ ਨਾਲ ਭਰਿਆ ਹੋਊਂਗਾ ਤੇ ਫਿਰ ਹੋਲੀ ਸਪਿਰਿਟ ਮੈਨੂੰ ਕੰਟਰੋਲ ਕਰੂਗਾ, ਕਿਉਂਕਿ ਉਹ ਵੀ ਇੱਕ ਆਤਮਾ ਹੈ। ਠੀਕ ਆ? ਪਰ ਉਹ ਗੁੱਡ ਆਤਮਾ ਆ, ਉਹ ਸਾਡੇ ਮਦਦ ਦੇ ਲਈ ਭੇਜਿਆ ਗਿਆ ਹੈ। ਫਿਰ ਮੈਂ ਨਹੀਂ, ਫਿਰ ਹੋਲੀ ਸਪਿਰਿਟ ਸਾਨੂੰ ਚਲਾਊਗਾ। ਮੈਂ ਉੱਠਦਾ ਹੋਇਆ ਹੋਲੀ ਸਪਿਰਿਟ ਦੇ ਨਾਲ, ਚੱਲਦਾ ਹੋਇਆ, ਗਾਉਂਦਾ ਹੋਇਆ, ਵਜਾਉਂਦਾ ਹੋਇਆ ਹੋਲੀ ਸਪਿਰਿਟ ਨਾਲ ਭਰਿਆ ਹੋਊਗਾ। ਸੋ ਜਿਹੜੇ ਲੋਕੀ ਹਜੇ ਮਸੀਹ ਦੇ ਵਿੱਚ ਪੂਰੇ ਨਹੀਂ ਹੁੰਦੇ, ਉਹਨਾਂ ਨੇ ਮਸੀਹ ਨੂੰ ਨਹੀਂ ਪਹਿਨਿਆ, ਹੋਲੀ ਸਪਿਰਿਟ ਨਹੀਂ ਪਾਇਆ ਹੁੰਦਾ, ਉਹਨਾਂ ਨੂੰ ਕੀ ਕਰਦਾ ਹੈ? ਸ਼ੈਤਾਨ ਪਿੰਚ ਕਰਨਾ ਸ਼ੁਰੂ ਕਰਦਾ ਹੈ। ਔਰ ਅਸੀਂ ਕੀ ਕਰਦੇ ਹਾਂ? ਹੁਣ ਜੋ ਮੇਰੇ ਅੰਦਰ ਚੱਲਦਾ ਪਿਆ, ਐਨਮੀ ਨੂੰ ਤਾਂ ਪਤਾ ਹੀ ਨਹੀਂ ਹੈ, ਐਨਮੀ ਨੂੰ ਪਤਾ ਹੀ ਨਹੀਂ ਹੈ। ਪਰ ਮੈਨੂੰ ਮਾੜੀ ਜੀ ਕੋਈ ਪ੍ਰੋਬਲਮ ਆਈ ਔਰ ਮੈਂ ਫਟ ਆਪਣੇ ਮੂੰਹ ਦੇ ਵਿੱਚੋਂ ਫੜਾ, ਹਾਏ ਮੇਰੇ ਨਾਲ ਤਾਂ ਆਹ ਹੋ ਗਿਆ, ਹਾਏ ਮੇਰੇ ਨਾਲ ਉਹ ਹੋ ਗਿਆ, ਹਾਏ ਮੇਰੇ ਨਾਲ ਆਹ ਹੋ ਗਿਆ, ਮੇਰਾ ਤਾਂ ਗੋਡਾ ਦੁਖਦਾ, ਮੇਰਾ ਲੱਕ ਦੁਖਦਾ, ਮੇਰਾ ਉਹ ਦੁਖਦਾ। ਅਸੀਂ ਸਾਰੀ ਸਟੋਰੀ ਉਹਨੂੰ ਦੱਸ ਦਿੰਦੇ ਔਰ ਉਹ ਉਹਨੂੰ ਆਣ ਕੇ ਫੜ ਲੈਂਦਾ ਕਿ ਇਹ ਇੱਥੇ ਵੀਕ ਹੈ। ਸੋ ਇਸੇ ਲਈ ਤਾਂ ਬਾਈਬਲ 'ਚ ਲਿਖਿਆ, ਹਰ ਹਾਲ 'ਚ ਧੰਨਵਾਦ ਕਰੋ। ਐਵੇਂ ਨਹੀਂ ਬਾਈਬਲ 'ਚ ਲਿਖਿਆ ਹੋਇਆ ਕਿ ਹਰ ਹਾਲ 'ਚ ਉਹਦਾ ਧੰਨਵਾਦ ਕਰੋ। ਪੌਲੁਸ ਕਹਿੰਦਾ, ਮੈਂ ਘਟੀ ਦੇ ਵਿੱਚ ਵੀ ਜੀਣਾ ਸਿੱਖ ਲਿਆ ਤੇ ਮੈਂ ਜ਼ਿਆਦੇ 'ਚ ਵੀ ਜੀਣਾ ਸਿੱਖ ਲਿਆ, ਕਿਉਂਕਿ ਐਨਮੀ ਨੂੰ ਮੌਕਾ ਹੀ ਨਾ ਦਿਓ ਕਿ ਉਹ ਤੁਹਾਡੀ ਨਸ ਫੜ ਸਕੇ। ਜਦੋਂ ਤੁਸੀਂ, ਹਾਂ, ਜਿਹੜੇ ਖੁਦਾ ਦੇ ਲੋਕੀ ਆ, ਉਹ ਵੀ ਪ੍ਰੋਬਲਮਸ ਹੁੰਦੇ ਆ, ਸਾਨੂੰ ਵੀ ਕਦੀ ਦੁੱਖ ਲੱਗਦਾ ਆ, ਪਰ ਐਨਮੀ ਨੂੰ ਮੌਕਾ ਨਹੀਂ ਦਿੰਦੇ। ਯਸ, ਮੈਂ ਬਲੈਸਡ ਹਾਂ, ਮੈਂ ਹੋਲੀ ਹਾਂ, ਮੈਂ ਪਵਿੱਤਰ ਹਾਂ, ਮੈਂ ਮੇਰੇ ਦੁਆਰਾ ਅੱਜ ਧਰਤੀ ਬਲੈਸਡ ਹੁੰਦੀ ਆ। ਯਸ, ਮੈਂ ਅਨੋਇੰਟਡ ਆ। ਤੁਸੀਂ ਭਾਵੇਂ ਅੰਦਰ ਫੀਲ ਨਹੀਂ ਕਰਦੇ ਪਏ, ਪਾਵਰ ਨਹੀਂ ਫੀਲ ਕਰਦੇ, ਪਟ ਮੂੰਹ ਤੇ ਹੋਣਾ ਚਾਹੀਦਾ ਤੁਹਾਡੇ, ਪਰ ਮੂੰਹ ਤੇ ਹੋਣਾ ਚਾਹੀਦਾ। ਯਸ, ਮੈਂ ਸਟਰੋਂਗ ਆ, ਭਾਵੇਂ ਬੋਡੀ 'ਚ ਵੀਕ ਲੱਗਦੇ ਆ। ਕਿਉਂਕਿ ਬਾਈਬਲ ਕੀ ਹੈ? ਅਸੀਂ ਦੇਖਣ ਦੇ ਨਾਲ ਨਹੀਂ, ਫੇਥ ਨਾਲ ਚੱਲਦੇ ਹਾਂ। ਹਾਲੇਲੂਇਆ। ਬਾਈਬਲ 'ਚ ਕੀ ਲਿਖਿਆ ਹੋਇਆ? ਅਸੀਂ ਦੇਖਣ ਦੇ ਨਾਲ ਨਹੀਂ, ਵਿਸ਼ਵਾਸ ਨਾਲ ਚੱਲਦੇ ਹਾਂ। ਔਰ ਬਾਈਬਲ ਦੇ ਅਨੁਸਾਰ, ਬਾਈਬਲ ਮੈਨੂੰ ਆਖਦੀ ਕਿ ਮੈਂ ਬਲੈਸਡ ਹਾਂ, ਮੈਂ ਮਲਟੀਪਲਾਈ ਹਾਂ,
मैं फ्रूटफुल हाँ, इसलिए मैं आखदा हाँ यस यहोवा मेरा चरवाहा, मुझे कुछ घटी ना होगी, क्योंकि जो मैं बोलदा मेरी बॉडी ने उदा ही एक्शन करना है। क्योंकि मेरे मूँह च की है, कहावतां च की लिखा, तेरे मूँह दे विच की है, लाइफ ते डैथ। हालेलुया। सो बाइबल दे विचों असीं देखांगे, अज असीं काफ़ी आयतां पढ़ांगे। सब तो पहले मेरे नाल कड्डो इक्लेशियंस की किताब, ਉਹਦਾ 9 अध्याय। सिखना अज सारिਆਂ ने, बहुत इंपॉर्टेंट गल अज असीं सिखण जा रहे हैं। पढ़ो 11 आयत तो देखो, साम्स, प्रोवर्ब्स, दाऊद ने साम्स लिखे, प्रोवर्ब्स किसने लिखे हैं? सुलेमान ने। और बाइबल च लिखा सुलेमान सब तो बुद्धिमान व्यक्ति सीगा। सो ये सब उपदेश इक्लेशियंस ये भी कहने लिखे हुए एक बुद्धिमान व्यक्ति ने, जिहड़ा कि धरती ते बहुत ज़्यादा बुद्धि, जिसनों परमेश्वर ने अपनी बुद्धि दी हुई सी, जिस दे अंदर वो बुद्धि काम करती सी, बुद्धि विजडम दी स्पिरिट काम करती सी। और वो अज की सानू सिखा रहा, पढ़ो मेरे नाल 11 आयत, 9 दी 11 आयत। फिर मैं मुड़ के सूरज दे हेठ डिठा, भाई ना तां काले दे लई दौड़ है, ना सूरमे दे लई युद्ध, सगों बुद्धवान लई रोटी भी नहीं, ना मत वालियां नूं धन, ना ही चतरियां नूं किरपा, पर इन्हां सबनां नूं समय सिर अते मौके नाल मिलदा है। पढ़ो पढ़ो। नाले मनुख अपना समा भी नहीं सियाणदा, जिकर मच्छियां ਜਿਹੜੀਆਂ विपता ਦੇ जाल ਵਿੱਚ फस ਜਾਂਦੀਆਂ ਹਨ, ਅਤੇ जिकर पंछी फाही ਵਿੱਚ फस ਜਾਂਦੇ ਹਨ, ਤੇ ਹਾਂ ਹੀ आदम वंशी भी बड़ा ਵਿੱਚ जद अचनचेत ਉਹਨਾਂ ਉੱਤੇ ਆ ਪੈਂਦੀ ਹੈ, फस ਜਾਂਦੇ ਹਨ। सूरज ਦੇ ਹੇਠ ਮੈਂ ਇਹ ਬੁੱਧ ਵੀ ਡਿੱਠੀ ਅਤੇ ਮੈਨੂੰ ਵੱਡੀ ਮਾਲੂਮ ਹੋਈ। ਇੱਕ ਨਿੱਕਾ ਜਿਹਾ ਸ਼ਹਿਰ ਸੀ ਅਤੇ ਉਹਦੇ ਵਿੱਚ ਲੋਕ ਥੋੜੇ ਸਨ। ਉਹਦੇ ਉੱਤੇ ਇੱਕ ਵੱਡੇ ਪਾਤਸ਼ਾਹ ਨੇ ਚੜ੍ਹਾਈ ਕੀਤੀ, ਉਹਨੂੰ ਘੇਰਾ ਪਾਇਆ। बस 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 ਇੱਥੇ ਕੀ ਲਿਖਿਆ ਹੋਇਆ? ਸੁਲੇਮਾਨ ਬਾਦਸ਼ਾਹ ਦੱਸਦਾ ਪਿਆ ਆ ਕਿ ਮੈਂ ਸੂਰਜ ਦੇ ਥੱਲੇ, ਮਤਲਬ ਧਰਤੀ ਦੇ ਉੱਤੇ ਇੱਕ ਚੀਜ਼ ਆਬਜ਼ਰਵ ਕੀਤੀ। 11 ਆਇਤ ਨੂੰ ਪੜੋ, ਹੌਲੀ ਹੌਲੀ ਪੜੋ। ਫਿਰ ਮੈਂ ਮੁੜ ਕੇ ਸੂਰਜ ਦੇ ਹੇਠ ਡਿੱਠਾ, ਭਾਈ ਨਾ ਤਾਂ ਕਾਲੇ ਦੇ ਲਈ ਦੌੜ ਹੈ। ਇੱਥੇ ਕਾਲਾ ਸ਼ਬਦ ਲਿਖਿਆ ਹੋਇਆ, ਪਰ ਇੰਗਲਿਸ਼ ਦੇ ਬਾਈਬਲ 'ਚ ਲਿਖਿਆ ਫਾਸਟੈਸਟ ਰਨਰ does not always win the race। ਕਿ ਜਿਹੜਾ ਬਹੁਤ ਤੇਜ਼ ਦੌੜਨ ਵਾਲਾ ਆ, ਉਹਨੂੰ ਵੀ ਕਹਿੰਦਾ ਮੈਂ ਕਦੇ ਕਦੇ ਕੀ ਦੇਖਿਆ? ਹਾਰਦੇ ਦੇਖਿਆ। ਯਾਰ ਹਾਓ, ਮੇਰੇ ਅੰਦਰ ਕੁਐਸਚਨ ਆਇਆ ਕਿ ਕਿੱਦਾਂ ਪੋਸੀਬਲ ਹੈ? ਜਿਹੜਾ ਇੱਕ ਵਿਅਕਤੀ ਬਹੁਤ ਅੱਛਾ ਰਨਰ ਆ, ਉਹ ਕਿੱਦਾਂ ਹਾਰ ਸਕਦਾ ਹੈ? ਕਿਉਂਕਿ ਉਹਦੇ ਕੋਲ ਤਾਂ ਟੈਕਨੀਕਸ ਆ, ਉਹਨੇ ਬੜੀ ਮਿਹਨਤ ਕੀਤੀ ਹੋਊਗੀ। ਫਿਰ ਅੱਗੇ ਪੜੋ। ਨਾ ਸੂਰਮੇ ਦੇ ਲਈ ਯੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ। ਕਹਿੰਦਾ ਜਿਹੜਾ ਬਹੁਤ ਅੱਛਾ ਲੜਨ ਵਾਲਾ ਆ, ਉਹਨੂੰ ਵੀ ਕਹਿੰਦਾ ਮੈਂ ਹਾਰਦੇ ਦੇਖਿਆ। ਠੀਕ ਹੈ, ਤੇ ਸੂਰਮੇ ਦੇ ਲਈ ਰੋਟੀ ਵੀ ਨਹੀਂ। ਅੱਗੇ ਪੜੋ। ਨਾ ਮਤ ਵਾਲਿਆਂ ਨੂੰ ਧਨ, ਨਾ ਹੀ ਚਤਰਿਆਂ ਨੂੰ ਕਿਰਪਾ। ਜਿਹਦੇ ਕੋਲ ਬੁੱਧ ਆ, ਜਿਹਦੇ ਕੋਲ ਸਕਿੱਲ ਆ, ਕਹਿੰਦਾ ਮੈਂ ਉਹਨੂੰ ਗਰੀਬ ਵੀ ਦੇਖਿਆ। ਔਰ ਜਿਹੜੇ ਬਹੁਤ ਐਜੂਕੇਟਡ ਹੈ, ਉਹਨਾਂ ਨੂੰ ਮੈਂ ਦੇਖਿਆ ਕਿ ਉਹ ਸਕਸੈਸਫੁਲ ਵੀ ਨਹੀਂ ਹੈ। ਇਟ ਇਜ਼ ਆਲ ਡਿਸਾਈਡਡ ਬਾਈ ਚਾਂਸ, ਬਾਈ ਬੀਇੰਗ ਇਨ ਦ ਰਾਈਟ ਪਲੇਸ ਐਟ ਦ ਰਾਈਟ ਟਾਈਮ। ਸੋ ਸੁਲੇਮਾਨ ਬਾਦਸ਼ਾਹ ਸਾਨੂੰ ਦੱਸਦਾ ਪਿਆ, ਧਰਤੀ ਦੇ ਉੱਤੇ ਕਹਿੰਦਾ ਮੈਂ ਦੇਖਦਾ ਪਿਆ ਕਿ ਜਿਹੜਾ ਬਹੁਤ ਤੇਜ਼ ਦੌੜਨ ਵਾਲਾ ਹੈ, ਉਹਨੂੰ ਵੀ ਮੈਂ ਦੇਖਦਾ ਕਿ ਉਹ ਵੀ ਹਾਰਦਾ ਪਿਆ ਆ। ਔਰ ਜਿਹੜਾ ਬਹੁਤ ਅੱਛਾ ਪੜ੍ਹਿਆ ਲਿਖਿਆ ਆ, ਸਕਿੱਲਫੁਲ ਹੈ, ਉਹਨੂੰ ਵੀ ਮੈਂ ਇੱਕ ਬੜੀ ਸਕਸੈਸਫੁਲ ਲਾਈਫ, ਵੈਲਥੀ ਨਹੀਂ ਦੇਖਦਾ ਪਿਆ। ਔਰ ਇਸੇ ਤਰ੍ਹਾਂ ਹੀ ਆ ਸਾਡੇ ਆਲੇ ਦੁਆਲੇ, ਜਿਹੜੇ ਬਹੁਤ ਮਿਹਨਤ ਕਰਦੇ ਉਹਨਾਂ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ ਹੈਗੀ।
ਜੋ ਅਨਪੜ੍ਹ ਹੈ, ਕੋਈ 10ਵੀਂ ਪੜ੍ਹਿਆ ਹੋਇਆ ਹੈ ਔਰ ਕਰੋੜਾਂ ਦਾ ਮਾਲਕ ਹੈ, ਔਰ ਕੋਈ ਜਿਹੜੇ ਆ ਜਿਨ੍ਹਾਂ ਨੇ ਇੰਨੀਆਂ ਡਿਗਰੀਆਂ ਕੀਤੀਆਂ ਹੋਈਆਂ ਉਹ ਵਿਚਾਰੇ ਵਿਹਲੇ ਆ। ਕਿਉਂ? ਕਦੀ ਸੋਚਿਆ ਇਹਨਾਂ ਗੱਲਾਂ ਦੇ ਉੱਤੇ? ਕਿਉਂਕਿ ਜਿਸ ਵਰਡ ਦੇ ਵਿੱਚ ਅਸੀਂ ਰਹਿੰਦੇ ਪਏ ਆ ਉਹ ਕਰਪਟ ਆ, ਉੱਥੇ ਕਰਪਸ਼ਨ ਹੈ। ਕੋਈ ਇੱਕ ਜਿਹੜਾ ਬਹੁਤ ਅੱਛਾ ਦੌੜਨ ਵਾਲਾ ਆ ਉਹ ਕਿੱਦਾਂ ਹਾਰ ਸਕਦਾ ਆ ਜਦ ਤੱਕ ਉਹਦੀ ਰੇਸ ਦੇ ਵਿੱਚ ਕਰਪਸ਼ਨ ਨਾ ਹੋਊਗੀ। ਇੱਕ ਜਿਹਦੇ ਕੋਲ ਬਹੁਤ ਅੱਛੇ ਸਕਿੱਲ ਆ, ਜੋ ਬਹੁਤ ਅੱਛਾ ਸਕਿੱਲਫੁਲ ਆ, ਯੋਧਾ ਆ, ਉਹ ਕਿੱਦਾਂ ਹਾਰ ਸਕਦਾ ਆ ਜਦ ਕੋਈ ਉਸ ਦੀ ਗੇਮ ਦੇ ਵਿੱਚ ਕਰਪਸ਼ਨ ਨਾ ਕਰੇ। ਇੱਕ ਜਦੋਂ ਟੈਸਟ ਹੁੰਦਾ, ਇੱਕ ਜਿਹਦੇ ਕੋਲ ਡਿਗਰੀਆਂ ਆ, ਜਿਹਦੇ ਕੋਲ ਐਜੂਕੇਸ਼ਨ ਹੈ, ਉਹ ਟੈਸਟ ਕਲੀਅਰ ਕਰ ਜਾਂਦਾ, ਪਰ ਜਿਹਦੇ ਕੋਲ ਪੈਸੇ ਆ ਉਹ ਪੈਸੇ ਚੜਾ ਕੇ ਨੌਕਰੀ ਲੈ ਜਾਂਦਾ। ਕਰਪਸ਼ਨ। ਕਿਉਂਕਿ ਇਸ ਵਰਡ ਦਾ ਰੂਲਰ ਕਰਪਟ ਹੈ। ਖੋਲੋ ਮੇਰਾ ਬਾਈਬਲ, ਫਿਰ ਅਸੀਂ ਦੇਖਾਂਗੇ ਹੁਣ ਇਸ ਧਰਤੀ ਤੇ ਰੂਲ ਕੌਣ ਕਰਦਾ ਪਿਆ। ਐਵੇਂ ਨਹੀਂ, ਪਰਮੇਸ਼ਵਰ ਨੇ ਹਰ ਇੱਕ, ਦੇਖੋ ਵਚਨ ਜਿਹੜਾ ਆ ਇਹ ਕੜੀ ਦੇ ਨਾਲ ਕੜੀ ਜੁੜੀ ਹੁੰਦੀ ਹੈ। ਜੇ ਤੁਸੀਂ ਇੱਕ ਵਚਨ ਨੂੰ ਸਮਝਣਾ ਆ ਤਾਂ ਤੁਹਾਨੂੰ ਪਿੱਛੇ ਵੀ ਜਾਣਾ ਪਊਗਾ ਕਿ ਯਾਰ ਮੈਂ ਕੀ ਸਿੱਖ ਕੇ ਆਇਆ ਸੀ ਕਿ ਧਰਤੀ ਦੇ ਉੱਤੇ ਮੇਰੇ ਦੁਆ ਕਰਨ ਤੋਂ ਬਗੈਰ ਕੁਝ ਨਹੀਂ ਹੋਣਾ। ਸਿੱਖਿਆ ਨਾ ਅਸੀਂ, ਕਿਉਂਕਿ ਇਹ ਕਰਪਟ ਵਰਡ ਹੈ। ਇੱਥੇ ਪਰਮੇਸ਼ਵਰ ਨੇ ਸਭ ਕੁਝ ਸਾਨੂੰ ਦਿੱਤਾ ਆ ਔਰ ਅਸੀਂ ਸੁੱਤੇ ਪਏ ਆ, ਔਰ ਇਸ ਕਰਕੇ ਜਿਹੜਾ ਕਰਪਟ ਆ ਔਰ ਕਰਪਸ਼ਨ ਕਰੀ ਜਾ ਰਿਹਾ। ਬਾਈਬਲ 'ਚ ਕੀ ਲਿਖਿਆ ਹੈ? ਗੁੱਡ ਮੈਨ ਲੀਵ ਇਨਹੈਰੀਟੈਂਸ ਫॉर ਹਿਸ ਚਿਲਡਰਨਸ ਚਿਲਡਰਨ, ਏ ਸਿਨਰ ਵੈਲਥ ਇਜ਼ ਸਟੋਰ ਅਪ ਫॉर ਰਾਈਚਨੈਸ। ਤੁਹਾਡੀ ਤੇ ਮੇਰੀ ਜਿਹੜੀ ਬਲੈਸਿੰਗਸ ਹੈ ਉਹ ਸ਼ੈਤਾਨ ਨੇ ਜਮ੍ਹਾਂ ਕਰਕੇ ਕਿਹਨੂੰ ਦਿੰਦਾ ਆ? ਆਪਣੇ ਲੋਕਾਂ ਨੂੰ। ਜਦੋਂ ਦਾਨੀਅਲ ਦੀ ਕਿਤਾਬ ਨੂੰ ਪੜ੍ਹਦੇ ਆ, ਉੱਥੇ ਕੀ ਲਿਖਿਆ? ਦਾਨੀਅਲ ਨੇ ਪ੍ਰਾਰਥਨਾ ਕੀਤੀ ਔਰ ਜਦੋਂ ਪ੍ਰਾਰਥਨਾ ਕਰਦਾ ਗਿਆ ਉਹਦੀ ਪ੍ਰਾਰਥਨਾ ਦਾ ਉੱਤਰ ਨਹੀਂ ਆਇਆ, ਪਰ ਉਹ ਸਪਿਰਿਚੁਅਲ ਬੰਦਾ ਸੀ, ਉਹਨੇ ਪ੍ਰਾਰਥਨਾ ਕਰਨੀ ਛੱਡੀ ਨਹੀਂ, ਪ੍ਰਾਰਥਨਾ ਕਰਦਾ ਰਿਹਾ ਔਰ ਦੂਤ ਆਇਆ ਉਹਦੇ ਕੋਲ ਔਰ ਉਹਨੂੰ ਆਣ ਕੇ ਕਹਿੰਦਾ ਕਿ ਹੇ ਦਾਨੀਅਲ, ਤੇਰੀ ਪ੍ਰਾਰਥਨਾ ਪਹਿਲੇ ਦਿਨ ਹੀ ਸੁਣੀ ਗਈ ਸੀ। ਸੋ ਇਹਦਾ ਮਤਲਬ ਕੀ ਹੈ? ਬਾਈਬਲ 'ਚ ਲਿਖਿਆ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ, ਔਰ ਜਦੋਂ ਮੰਗਦੇ ਆ ਸਾਡੇ ਲਈ ਬਲੈਸਿੰਗ ਰਿਲੀਜ਼ ਹੋ ਜਾਂਦੀ ਹੈ। ਪਰ ਜਿਹੜਾ ਏਅਰ ਦੇ ਵਿੱਚ ਰਾਜਾ ਆ, ਜੋ ਇਸ ਦੁਨੀਆ ਨੂੰ ਰਾਜ ਕਰਦਾ ਪਿਆ ਆ, ਉਹ ਸਾਡੀ ਪ੍ਰਾਰਥਨਾ ਨੂੰ ਰੋਕ ਲੈਂਦਾ ਆ। ਔਰ ਜਦੋਂ ਧਰਤੀ ਤੇ ਇੱਕ ਵਿਸ਼ਵਾਸੀ ਪ੍ਰਾਰਥਨਾ ਕਰਨੀ ਬੰਦ ਕਰ ਦਿੰਦਾ ਤੇ ਫਿਰ ਉਹ ਬਲੈਸਿੰਗ ਕਿੱਥੇ ਜਾਂਦੀ ਆ? ਸੋਚਿਆ ਕਦੀ? ਕਿੱਥੇ ਜਾਂਦੀ ਉਹ ਬਲੈਸਿੰਗਸ? ਐਨਮੀ ਉਸ ਬਲੈਸਿੰਗਸ ਨੂੰ ਆਪਣੇ ਲੋਕਾਂ ਨੂੰ ਦੇ ਦਿੰਦਾ ਆ। ਤਾਈਓ ਤਾਂ ਉਹਨਾਂ ਦੀਆਂ ਅੱਖਾਂ ਬੰਦ ਪਈਆਂ ਹੋਈਆਂ, ਕਿਉਂਕਿ ਉਹਨਾਂ ਨੂੰ ਕੋਈ ਰੀਜ਼ਨ ਨਹੀਂ ਮਿਲਦਾ ਗੋਡ ਦੇ ਕੋਲ ਆਉਣ ਦਾ। ਕਿੰਗਡਮ ਆਫ ਡਾਰਕਨੈਸ, ਉਹ ਸਭ ਉਹਨਾਂ ਨੂੰ ਪ੍ਰੋਵਾਈਡ ਕਰੀ ਜਾ ਰਿਹਾ ਆ। ਇਸ ਕਰਕੇ ਉਹਨਾਂ ਦੇ ਅੰਦਰ ਕਦੀ ਸੀਰੀਅਸਨੈਸ ਨਹੀਂ ਆਉਂਦੀ ਕਿ ਸਾਨੂੰ ਗੋਡ ਦੀ ਜ਼ਰੂਰਤ ਹੈ। ਉਹਨਾਂ ਦੇ ਅੰਦਰ ਫੀਅਰ ਨਹੀਂ ਆਉਂਦਾ ਖੁਦਾ ਦਾ। ਸਭ ਨੂੰ ਪਤਾ ਆ ਅਸੀਂ ਮਰਨਾ ਆ, ਸਭ ਨੂੰ ਪਤਾ ਕਿ ਕੰਮ ਜਿਸ ਦਿਨ ਮੈਂ ਇੱਥੋਂ ਚਲੇ ਗਿਆ ਫਿਰ ਕੰਮ ਕਿਹਨੇ ਕਰਨੇ ਆ, ਸਭ ਨੂੰ ਪਤਾ ਆ। ਇਸ ਸੱਚਾਈ ਦਾ ਸਭ ਨੂੰ ਪਤਾ ਆ, ਪਰ ਕਿਹਨੂੰ ਡਰ ਆ? ਕਿਸੇ ਨੂੰ ਨਹੀਂ, ਸਿਵਾਏ ਖੁਦਾ ਦੇ ਲੋਕਾਂ ਤੋਂ। ਕਿਉਂਕਿ ਉਹਨਾਂ ਦੇ ਅੰਦਰ ਵਿਜ਼ਡਮ ਦਾ ਆਤਮਾ ਆ ਕਿ ਯਸ, ਜੇ ਮੈਂ ਖੁਦਾ ਦੇ ਕੋਲ ਨਹੀਂ ਗਿਆ, ਯਸ ਮੇਰੀ ਸਪਿਰਿਟ ਨੂੰ ਭੁੱਖ ਲੱਗੀ ਹੋ, ਕਿੱਥੋਂ ਨਰਿਸ਼ਮੈਂਟ ਲਊਗੀ? ਮੇਰਾ ਸੋਰਸ। ਤਾਈਓ ਤਾਂ ਦਾਊਦ ਕਹਿੰਦਾ ਸੀ ਯਸ ਤੂੰ ਮੇਰਾ ਸੋਰਸ ਹੈ, ਤੂੰ ਮੇਰਾ ਹੂੰ ਹੈ, ਸਭ ਕੁਝ ਮੈਨੂੰ ਤੇਰੇ ਕੋਲੋਂ ਮਿਲਦਾ। ਉਹਦੀਆਂ ਅੱਖਾਂ ਉਹਦੇ ਵੱਲ ਲੱਗੀਆਂ ਹੁੰਦੀਆਂ ਸੀ, ਪਰ ਅੱਜ ਦੁਨੀਆ ਦੀਆਂ ਅੱਖਾਂ ਕਿੱਥੇ ਲੱਗੀਆਂ ਹੋਈਆਂ? ਦੁਨੀਆ ਦੇ ਮਾਸਟਰ ਦੇ ਉੱਤੇ। ਕਿਉਂਕਿ ਜਿੱਦਾਂ ਉਹਨਾਂ ਨੂੰ ਚਲਾਉਂਦਾ ਉਹ ਉੱਦਾਂ ਹੀ ਚੱਲਦੇ ਆ। ਅਸੀਂ ਬਾਈਬਲ 'ਚੋਂ ਦੇਖਾਂਗੇ ਅੱਜ, ਕੁਛ ਵੀ ਨਹੀਂ ਬਾਹਰੋਂ, ਸਭ ਬਾਈਬਲ 'ਚੋਂ ਦੇਖਾਂਗੇ। ਕੱਢੋ ਮੈਨਾਂ ਇਫਸੀਆਂ ਦੀ ਕਿਤਾਬ, ਉਹਦਾ 2 ਅਧਿਆਇ ਉਹਦੀ 2 ਆਇਤ ਨੂੰ ਪੜ੍ਹੋ। ਜਿਹਨੂੰ ਮਿਲਦਾ ਲੱਭ ਕੇ ਦਵਾ ਪੜ੍ਹੀ ਜਾਓ, ਕਿਉਂਕਿ ਅਸੀਂ ਬਹੁਤ ਵਰਸਸ ਨੂੰ ਪੜ੍ਹਨਾ ਆ। ਕੋਈ ਜਾਣਾ ਜੌਨ ਯਹੂਨਾ ਦੀ ਅੰਜੀਲ ਉਹਦਾ 12 ਦੀ 31 ਕੱਢੇ, ਇੱਕ ਕਲੋਸੀਅਨਸ ਕੱਢੋ 1 ਦੀ 12, ਪਹਿਲੇ ਕੱਢੋ ਇਫਸੀਅਨਸ 2 ਅਧਿਆਇ ਉਹਦੀ 2 ਆਇਤ ਨੂੰ ਪੜਾਂਗੇ। ਜਿਨ੍ਹਾਂ ਦੇ ਵਿੱਚ
ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸੌ ਜਿਹੜੀ ਹੁਣ ਅਨਆਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ, ਅਤੇ ਉਹਨਾਂ ਵਿੱਚ ਅਸੀਂ ਵੀ ਸਭੇ ਸਰੀਰ ਅਤੇ ਮਨ ਦੀਆਂ ਚਾਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਗੂ ਆਪਣੇ ਸੁਭਾਅ ਕਰਕੇ ਗਜਬ ਦੇ ਪੁੱਤਰ ਸਾਂ। ਸੋ ਅਸੀਂ ਜਿਹੜਾ ਇਸ ਸੰਸਾਰ ਤੇ ਰੂਲ ਕਰਦਾ ਪਿਆ ਆ, ਉਹਨੂੰ ਖੁਸ਼ ਕਰਨ ਦੇ ਲਈ ਉਹਦੇ ਕੰਮਾਂ ਦੇ ਵਿੱਚ ਫਸੇ ਹੋਏ ਆ, ਸੰਸਾਰਿਕ ਕੰਮਾਂ ਦੇ ਵਿੱਚ। ਕੱਢੋ ਮੈਨਾਂ ਯਹੂਨਾ ਦੀ ਅੰਜੀਲ 12:31। ਯਹੂਨਾ ਹੁਣ ਇਸ ਜਗਤ ਦਾ ਨਿਆਂ ਹੁੰਦਾ ਹੈ। ਹੁਣ ਇਸ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ, ਔਰ ਮੈਂ ਜੇ ਧਰਤੀ ਉੱਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ। ਉਸਨੇ ਇਹ ਆਖਿਆ, ਭਾਈ ਪਤਾ ਦੇਵੇ ਜੋ ਉਹਨੇ ਆਪ ਕਿਹੜੀ ਮੌਤ ਨਾਲ ਮਰਨਾ ਸੀ। ਬਸ ਬਾਈਬਲ 'ਚ ਇੰਗਲਿਸ਼ ਦੇ ਥੋੜੀ ਪੰਜਾਬੀ 'ਚ ਟਰਾਂਸਲੇਸ਼ਨ 'ਚ ਫਰਕ ਆ। ਇੰਗਲਿਸ਼ ਦੀ ਬਾਈਬਲ 'ਚ ਲਿਖਿਆ ਦਾ ਟਾਈਮ ਫॉर ਜਜਮੈਂਟ ਦਿਸ ਵਰਡ ਹੈਜ਼ ਕਮ ਵੈਨ ਸੈਟਨ ਦਾ ਰੂਲਰ ਆਫ ਦਿਸ ਵਰਲਡ, ਕਿ ਸ਼ੈਤਾਨ ਜੋ ਇਸ ਸੰਸਾਰ ਦਾ ਰੂਲਰ ਹੈ, ਜੋ ਇਸ ਸੰਸਾਰ ਨੂੰ ਚਲਾਉਂਦਾ ਆ, ਉਹਦੇ ਨਿਆਂ ਦਾ ਸਮੇਂ ਆ ਚੁੱਕਾ ਹੈ। ਪਰ ਉਹਦੇ ਨਿਆਂ ਦਾ ਸਮੇਂ ਕਿੱਦਾਂ ਆਉਣਾ ਆ, ਉਹ ਵੀ ਅਸੀਂ ਦੇਖਾਂਗੇ ਅੱਗੇ ਜਾ ਕੇ। ਫਿਰ ਕੱਢੋ ਮੈਨਾਂ ਇਸੇ ਯਹੂਨਾ ਦੀ ਅੰਜੀਲ 14 ਅਧਿਆਏ ਉਹਦੀ 30 ਆਇਤ ਨੂੰ ਪੜਾਂਗੇ। ਸੋ ਅਸੀਂ ਇਹ ਬਾਈਬਲ 'ਚੋਂ ਦੇਖਦੇ ਪਏ ਹਾਂ ਕਿ ਧਰਤੀ ਤੇ ਕੌਣ ਰੂਲ ਕਰਦਾ ਪਿਆ ਆ। ਯਹੂਨਾ 14 ਦੀ 30 ਆਇਤ ਨੂੰ ਪੜਾਂਗੇ। ਮੈਂ ਫਿਰ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ, ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ। ਹਾਲੇਲੂਇਆ। ਯੀਸ਼ੂ ਇੱਥੇ ਕਹਿ ਰਿਹਾ ਆ, ਕਹਿੰਦਾ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ ਕਿਉਂਕਿ ਜਗਤ ਦਾ ਸਰਦਾਰ ਆਉਂਦਾ ਪਿਆ ਆ। ਹੁਣ ਜਦੋਂ ਅਸੀਂ ਦਾਨੀਅਲ ਦੀ ਕਿਤਾਬ ਨੂੰ ਪੜ੍ਹਦੇ ਹਾਂ, ਰਾਜੇ ਨੇ ਮੂਰਤੀ ਬਣਾਈ ਔਰ ਇਹ ਅਨਾਉਂਸਮੈਂਟ ਕਰ ਦਿੱਤੀ ਕਿ ਜਿਹੜਾ ਇਹਦੇ ਨਹੀਂ ਅੱਗੇ ਨਹੀਂ ਝੁਕੂਗਾ ਉਹਨੂੰ ਕਿੱਥੇ ਸੁੱਟ ਦਿੱਤਾ ਜਾਊਗਾ? ਅੱਗ ਦੀ ਭੱਠੀ ਦੇ ਵਿੱਚ। ਸੋ ਜਿਹੜਾ ਇਸ ਸੰਸਾਰ ਦਾ ਰੂਲਰ ਹੈ, ਜਿਹੜਾ ਉਹਦੇ ਅੱਗੇ ਨਹੀਂ ਝੁਕਦਾ, ਉਹਨੂੰ ਕੀ ਕਰਦਾ? ਇਹ ਦੁੱਖ ਤਕਲੀਫਾਂ ਮੁਸ਼ਕਲਾਂ ਸੁੱਟਣਾ ਸ਼ੁਰੂ ਕਰ ਦਿੰਦਾ। ਪਰ ਡਰੋ ਨਾ, ਤੁਸੀਂ ਨਾ ਡਰੋ, ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਹੈ। ਆਮੇਨ। ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਤੁਸੀਂ ਕਹਦੇ ਹੋ ਯੀਸ਼ੂ ਦੇ ਆ। ਬਾਈਬਲ 'ਚ ਪੜ੍ਹੋ, ਯੀਸ਼ੂ ਨੇ ਇਹਨੂੰ ਕਰੂਸ ਤੇ ਹਰਾਇਆ ਹੋਇਆ ਆ। ਤੁਸੀਂ ਡਰੋ ਨਾ, ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਮੈਂ ਤੁਹਾਨੂੰ ਸੱਚਾਈ ਦਿਖਾ ਰਿਹਾ ਹਾਂ ਕਿਉਂਕਿ ਸੱਚਾਈ ਜਾਣਨੀ ਜ਼ਰੂਰੀ ਹੈ। ਸਾਡੇ ਕੋਲ ਗੁੱਡ ਨਿਊਜ਼ ਹੈ ਕਿ ਜੋ ਸਾਡੇ ਉੱਤੇ ਆਉਂਦਾ ਉਹ ਟੈਂਪਰੇਰੀ ਹੈ, ਉਹ ਪਰਮਾਨੈਂਟ ਨਹੀਂ ਹੈ। ਤੁਸੀਂ ਬਿਮਾਰ ਹੋਏ, ਤੁਸੀਂ ਆਏ ਚਰਚ, ਤੁਸੀਂ ਆਪ ਖੁਦਾ ਦੇ ਬੰਦੇ ਕੋਲੋਂ ਪ੍ਰਾਰਥਨਾ ਕੀਤੀ, ਤੁਸੀਂ ਆਜ਼ਾਦ। ਪਰ ਸੰਸਾਰ 'ਚ ਇਦਾਂ ਨਹੀਂ ਹੈ। ਲੋਕਾਂ ਨੂੰ ਦੇਖੋ ਹਸਪੀਟਲਾਂ 'ਚ ਜਾ ਕੇ, ਅੱਜ ਦੇਖੋ ਕਿਤੇ ਜਾ ਕੇ ਕਿ ਭੇਡਾਂ ਦਾ ਕੀ ਹਾਲ ਕੀਤਾ ਹੋਇਆ ਆ ਸ਼ੈਤਾਨ ਨੇ। ਮੰਗਤੇ ਬਣਾਇਆ ਹੋਇਆ ਆ ਉਹਨਾਂ ਨੂੰ। ਕਿਸੇ ਦੇ ਹੱਥ ਅੱਗੇ ਅੱਡਣਾ ਸੌਖੀ ਗੱਲ ਆ? ਨਾ। ਪਰ ਐਦਾਂ ਦਾ ਬਣਾ ਦਿੱਤਾ ਹੈ ਸ਼ੈਤਾਨ ਨੇ ਉਹਨਾਂ ਨੂੰ ਕਿ ਬੱਤਰ ਹਾਲਤ ਕਰ ਦਿੱਤੀ ਹੈ ਉਹਨਾਂ ਦੀ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ। ਬਾਈਬਲ 'ਚ ਕੀ ਲਿਖਿਆ ਕਿ ਇੱਕ ਜਾੜੂ ਪੁੱਤਰ ਜਦੋਂ ਪਿਤਾ ਕੋਲੋਂ ਦੂਰ ਸੀ ਤਾਂ ਉਹਦੇ ਹਾਲਾਤ ਕਿੱਦਾਂ ਦੇ ਹੋ ਗਏ ਕਿ ਉਹਨੂੰ ਉਹ ਖਾਣਾ ਪੈਂਦਾ ਸੀ ਜੋ ਸੂਰ ਖਾਂਦੇ ਸੀਗੇ, ਔਰ ਉਹ ਵੀ ਨਹੀਂ ਸੀ ਉਹਨਾਂ ਨੂੰ ਨਸੀਬ ਹੁੰਦਾ। ਸੋ ਬਾਈਬਲ 'ਚ ਲਿਖਿਆ ਕਿ ਤੁਸੀਂ ਸੰਸਾਰ 'ਚ ਹੋ ਪਰ ਸੰਸਾਰ ਦੇ ਰੂਪ ਵਾਂਗੂ ਨਾ ਬਣੋ।
ਜਿਹੜੀ ਮੱਛੀ ਹੈ ਉਹ ਸਮੁੰਦਰ 'ਚ ਰਹਿੰਦੀ ਹੈ, ਸਮੁੰਦਰ 'ਚੋਂ ਖਾਂਦੀ ਹੈ, ਸਮੁੰਦਰ 'ਚੋਂ ਪੀਂਦੀ ਹੈ, ਪਰ ਉਹ ਨਮਕੀਨ ਨਹੀਂ ਹੁੰਦੀ। ਇਸ ਸੰਸਾਰ 'ਚ ਅਸੀਂ ਰਹਿਣਾ ਆ, ਇਸ ਸੰਸਾਰ 'ਚੋਂ ਅਸੀਂ ਖਾਣਾ ਆ, ਪੀਣਾ ਆ, ਪਰ ਇਸ ਸੰਸਾਰ ਦੇ ਨਹੀਂ ਹੋਣਾ। ਅਸੀਂ ਕਹਿੰਦੇ ਆ ਅਸੀਂ ਯੀਸ਼ੂ ਦੇ ਆ। ਯੀਸ਼ੂ ਸਾਡੀ ਤਾਕਤ ਹੈ, ਯੀਸ਼ੂ ਸਾਡਾ ਮੁਕਤੀਦਾਤਾ ਆ। ਜਦੋਂ ਅਸੀਂ, ਇਹ ਸ਼ੈਤਾਨ ਸਾਡਾ ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਦਾਨੀਏਲ ਦੀ ਕਿਤਾਬ 'ਚ ਲਿਖਿਆ ਆ ਕਿ ਰਾਜੇ ਨੇ ਕਿਹਾ ਮੈਂ ਤਾਂ ਸੁੱਟੇ 3 ਸੀ, ਇਹ ਚੌਥਾ ਕਿੱਥੋਂ ਆ ਗਿਆ। ਸੋ ਜਦੋਂ ਤੁਸੀਂ ਪ੍ਰੋਬਲਮ 'ਚ ਹੋਵੋਗੇ, ਮੈਂ ਪ੍ਰੋਬਲਮ 'ਚ ਹੋਊਂਗਾ, ਯੀਸ਼ੂ ਆਪ ਆ ਜਾਏਗਾ। ਸੋ ਡੋਂਟ ਬੀ ਅਫਰੇਡ, ਡਰੋ ਨਾ। ਬਾਈਬਲ 'ਚ ਕੀ ਲਿਖਿਆ? ਬੀ ਕਿਊਰੀਅਸ, ਬਸ ਖੜੇ ਰਹੋ। ਇਹ ਲੜਾਈ ਤੁਹਾਡੀ ਨਹੀਂ ਹੈ, ਇਹ ਤੁਹਾਡੇ ਪਰਮੇਸ਼ਵਰ ਦੀ ਆ। ਉਹ ਤੁਹਾਡੇ ਲਈ ਲੜੇਗਾ ਅੱਗੇ ਹੋ ਕੇ। ਆਮੇਨ, ਹਾਲੇਲੂਇਆ। ਇਸ ਸੰਸਾਰ ਦਾ ਰੂਲਰ ਸਾਡਾ ਕੁਝ ਨਹੀਂ ਵਿਗਾੜ ਸਕਦਾ। ਪਰ ਯਾਦ ਰੱਖੋ, ਜਿਸ ਹਾਲਾਤਾਂ 'ਚ ਤੁਹਾਨੂੰ ਸਤਾਏਗਾ, ਯੀਸ਼ੂ ਉਹਨਾਂ 'ਚ ਹੀ ਤੁਹਾਨੂੰ ਫੜ ਕੇ ਖੜਾ ਕਰ ਦੇਗਾ, ਉਹਨਾਂ 'ਚ ਹੀ ਟੈਸਟਮਨੀ ਪੈਦਾ ਕਰ ਦੇਗਾ। ਹਾਲੇਲੂਇਆ, ਆਮੇਨ, ਆਮੇਨ। ਕਿਉਂਕਿ ਐਸਤਰ ਦੀ ਕਿਤਾਬ 'ਚ ਕੀ ਲਿਖਿਆ ਕਿ ਹੈਮਨ ਨੇ ਮਦਕੋ ਦੇ ਲਈ ਆਪਣੇ ਘਰ ਦੇ ਵਿੱਚ ਇੱਕ ਖੰਭਾ 70 ਫੁੱਟ ਦਾ ਬਣਾਇਆ, ਔਰ ਇਮੇਜਿਨ ਕਰਦਾ ਸੀ, ਸੋਚਦਾ ਸੀ ਕਿ ਮੈਂ ਇੱਥੇ ਇਹਨੂੰ ਟੰਗੂੰਗਾ ਕਿਉਂਕਿ ਇਹ ਮੇਰੇ ਅੱਗੇ ਨਹੀਂ ਝੁਕਦਾ। ਪਰ ਪਾਸਾ ਪਲਟ ਗਿਆ, ਟੇਬਲ ਟਰਨ ਹੋ ਗਿਆ, ਔਰ ਉਸੇ ਤੇ ਉਹ ਆਪ ਟੰਗਿਆ ਗਿਆ। ਸੋ ਸਾਡੇ ਲਈ ਗੁੱਡ ਨਿਊਜ਼ ਆ ਕਿ ਜਿਨ੍ਹਾਂ ਚੀਜ਼ਾਂ 'ਚ ਤੁਸੀਂ ਸਤਾਏ ਜਾ ਰਹੇ ਹੋ, ਜੇ ਤੁਸੀਂ ਫਾਈਨੈਂਸ 'ਚ ਸਤਾਏ ਜਾ ਰਹੇ ਹੋ, ਜੇ ਤੁਸੀਂ ਹੈਲਥ 'ਚ ਸਤਾਏ ਜਾ ਰਹੇ ਹੋ, ਯੀਸ਼ੂ ਉਹਦੇ ਵਿੱਚ ਹੀ ਟੈਸਟਮਨੀ ਪੈਦਾ ਕਰੇਗਾ। ਆਮੇਨ, ਆਮੇਨ। ਪਰ ਯੀਸ਼ੂ ਨੇ ਸਾਨੂੰ ਰਿਸਪੌਂਸਿਬਿਲਟੀ ਦਿੱਤੀ ਹੈ ਕਿ ਆਪਣੇ ਬਾਰੇ ਹੀ ਨਹੀਂ, ਮੇਰੀਆਂ ਦੂਜੀਆਂ ਭੇਡਾਂ ਦੇ ਲਈ ਵੀ, ਉਹਨਾਂ ਨੂੰ ਵੀ ਕੱਢਣਾ ਆ ਦਲਦਲ ਦੇ ਵਿੱਚੋਂ। ਹਾਲੇਲੂਇਆ, ਪ੍ਰੇਜ਼ ਦਾ ਲਾਰਡ। 2 ਕੋਰਿੰਥੀਅਨ 4 ਅਧਿਆਇ ਉਹਦੀ 4 ਆਇਤ ਨੂੰ ਪੜਾਂਗੇ ਅਸੀਂ। ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪ੍ਰਤੀਤੀਆਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ, ਅਤੇ ਮਸੀਹ ਜੋ ਪਰਮੇਸ਼ਵਰ ਦਾ ਸਰੂਪ ਹੈ, ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ। ਬਸ ਬਾਈਬਲ 'ਚ ਲਿਖਿਆ, ਫਿਰ ਟ੍ਰਾਂਸਲੇਸ਼ਨ 'ਚ ਥੋੜਾ ਫਰਕ ਹੈ ਪੰਜਾਬੀ 'ਚ। ਇੰਗਲਿਸ਼ 'ਚ ਲਿਖਿਆ ਸੈਟਨ ਹੂ ਇਜ਼ ਦਾ ਗੋਡ ਆਫ ਦਿਸ ਵਰਲਡ ਹੈਜ਼ ਬਲਾਈਂਡਡ ਦਾ ਮਾਈਂਡਸ ਆਫ ਦੋਜ਼ ਹੂ ਡੋਂਟ ਬਲੀਵ। ਕਿ ਸ਼ੈਤਾਨ ਨੇ ਕੀ ਕੀਤਾ ਹੋਇਆ ਆ, ਉਹਨਾਂ ਦੇ ਦਿਮਾਗਾਂ ਦੇ ਉੱਤੇ ਕੀ ਕੀਤਾ ਹੋਇਆ ਆ? ਬਲਾਈਂਡ ਕੀਤੇ ਹੋਏ ਆ। ਇਸ ਲਈ ਉਹਨਾਂ ਨੂੰ ਕੁਝ ਵੀ ਨਹੀਂ ਦੀਦਾ, ਇਸ ਲਈ ਉਹਨਾਂ ਨੂੰ ਯੀਸ਼ੂ ਦਾ ਪਿਆਰ ਨਹੀਂ ਦੀਦਾ ਹੈਗਾ। ਜੋ ਯੀਸ਼ੂ ਨੇ ਉਹਨਾਂ ਦੇ ਲਈ ਕੀਤਾ, ਉਹਨਾਂ ਨੂੰ ਦੀਦਾ ਨਹੀਂ ਪਿਆ ਹੈਗਾ। ਕਿਉਂਕਿ ਸ਼ੈਤਾਨ ਕਦੇ ਨਹੀਂ ਚਾਹੁੰਦਾ ਕਿ ਤੁਸੀਂ ਯੀਸ਼ੂ ਦੇ ਕੋਲ ਆਓ, ਕਦੇ ਨਹੀਂ ਚਾਹੁੰਦਾ। ਦੇਖੋ, ਸ਼ੈਤਾਨ ਦੇ ਵਿੱਚ ਔਰ ਯੀਸ਼ੂ ਦੇ ਵਿੱਚ ਇੱਕ ਕਹਿ ਸਕਦੇ ਹਾਂ ਕਿ ਵੈਰ ਤਾਂ ਹੈਗਾ ਹੀ ਹੈਗਾ ਆ। ਇੱਕ ਇਹ ਵੀ ਹੈ ਕਿ ਜਿਸ ਪਾਸੇ ਜ਼ਿਆਦਾ ਲੋਕ ਹੋਣਗੇ ਉਹ ਵਿਨਰ ਹੈ, ਠੀਕ ਹੈ। ਔਰ ਜਦੋਂ ਸ਼ੈਤਾਨ ਨੂੰ ਲੱਗਦਾ ਹੈ ਕਿ ਮੇਰਾ ਪਾਸਾ ਹੌਲਾ ਪੈ ਰਿਹਾ ਆ, ਉਹਨੂੰ ਖੜਬੜੀ ਜਿਹੀ ਲੱਗ ਜਾਂਦੀ ਹੈ। ਉਹਦੇ ਅੰਦਰ ਇੱਕ ਡਰ, ਕਿਉਂਕਿ ਫੀਅਰ ਦਾ ਆਤਮਾ ਦੇ ਆਉਂਦਾ, ਤੇ ਉਹਦੀ ਹਰ ਪਲ ਕੋਸ਼ਿਸ਼ ਹੁੰਦੀ ਆ ਕਿ ਇਹ ਭੇਡ ਕਿੱਦਾਂ ਜਾ ਰਹੀ ਹੈ, ਮੈਂ ਇਹਨੂੰ ਕਿੱਦਾਂ ਖਿੱਚ ਕੇ ਲੈ ਕੇ ਆਵਾਂ ਆਪਣੇ ਵੱਲ। ਸੋ ਉਹ ਕੀ ਕਰਦਾ ਆ, ਪੂਰਾ ਜ਼ੋਰ ਲਾ ਦਿੰਦਾ ਆ ਉਸ ਭੇਡ ਨੂੰ ਵਾਪਸ ਲੈ ਕੇ ਆਉਣ ਦੇ ਲਈ ਆਪਣੇ ਰਾਜ ਦੇ ਵਿੱਚ। ਕਿਉਂਕਿ ਬਾਈਬਲ 'ਚ ਕੀ ਲਿਖਿਆ ਆ ਕਿ ਉਹ 99 ਭੇਡਾਂ ਨੂੰ ਛੱਡ ਕੇ ਇੱਕ ਗਵਾਚੀ ਭੇਡ ਨੂੰ ਲੱਭਣ ਤੋਰਦਾ। ਸ਼ੈਤਾਨ ਵੀ, ਕਿਉਂਕਿ ਸ਼ੈਤਾਨ ਕਾਪੀ ਕਰਦਾ ਆ, ਸਵਰਗ ਰਾਜ ਦੀ ਇਹਨੇ ਕਾਪੀ ਕੀਤੀ ਹੋਈ ਹੈ। ਸੋ ਇਹਨੂੰ ਵੀ ਡਰ ਲੱਗਣਾ ਸ਼ੁਰੂ ਹੋ ਜਾਂਦਾ ਜਦੋਂ ਇੱਕ ਭੇਡ ਆਣ ਕੇ ਚਰਚ 'ਚ ਬਹਿ ਜਾਂਦੀ ਆ, ਕਲਾਮ ਸੁਣਨਾ ਸ਼ੁਰੂ ਕਰ ਦਿੰਦੀ ਆ।
ਅੱਜ ਪਤਾ ਸਾਰਿਆਂ ਨੂੰ ਸੀ ਵੀ ਮੀਟਿੰਗ ਹੋਣੀ, ਕਿਉਂ ਨਹੀਂ ਆਏ? ਕਿਉਂਕਿ ਇਸ ਰੂਲਰ ਜਿਹੜਾ ਆ ਉਹਨੇ ਉਹਨਾਂ ਨੂੰ ਬਲਾਈਂਡ ਕੀਤਾ ਹੋਇਆ, ਉਹਨੇ ਉਹਨਾਂ ਨੂੰ ਇੰਨਾ ਕੁ ਬਿਜ਼ੀ ਕੀਤਾ ਹੋਇਆ ਕੰਮਾਂ ਦੇ ਵਿੱਚ ਕਿ ਉਹਨਾਂ ਨੂੰ ਜੋ ਵਾਅਦੇ ਵੂਦੇ ਖੁਦਾ ਦੇ ਨਾਲ ਹੁੰਦੇ ਸਾਰੇ ਭੁੱਲ ਜਾਂਦੇ ਆ ਕੰਮ ਦੇ ਅੱਗੇ ਆਣ ਕੇ। ਕਿਉਂਕਿ ਸ਼ੈਤਾਨ ਨੇ ਇਸ ਵਰਡ ਨੂੰ ਅੱਜ ਦੇ ਟਾਈਮ ਦੇ ਵਿੱਚ ਐਦਾਂ ਕਿ ਆਪਣੇ ਕਬਜ਼ੇ 'ਚ ਕੀਤਾ ਹੋਇਆ, ਐਦਾਂ ਕਿ ਫਸਾਇਆ ਹੋਇਆ ਆ ਕਿ ਉਹ ਚਾਹ ਕੇ ਵੀ ਨਿਕਲ ਨਹੀਂ ਸਕਦੇ। ਪਰ ਸਾਨੂੰ ਉਹਨੇ ਰਿਸਪੌਂਸਿਬਿਲਿਟੀ ਦਿੱਤੀ ਆ ਕਿ ਨਾ ਸ਼ਕਤੀ ਨਾ ਪਰ ਪਾਵਰ ਨਾ, ਪਰ ਕਿਹਦੇ ਨਾਲ? ਆਤਮਾ ਦੇ ਦੁਆਰਾ ਉਹਨਾਂ ਨੂੰ ਖਿੱਚ ਕੇ ਲੈ ਕੇ ਆਉਣਾ ਆਪਣੇ ਜ਼ੋਰ ਦੇ ਨਾਲ। ਕਿਹੜਾ ਜ਼ੋਰ? ਜਿਹੜਾ ਸਾਡਾ ਸਵਰਗੀ ਜ਼ੋਰ ਹੈ। ਸੋ ਇਹ ਮੇਰੇ ਇਕੱਲੇ ਦੀ ਨਹੀਂ, ਆਪਣੇ ਸਾਰਿਆਂ ਦੀ ਰਿਸਪੌਂਸਿਬਿਲਿਟੀ ਹੈ। ਇਸੇ ਲਈ ਹੁਣ ਅਸੀਂ ਦੇਖਾਂਗੇ ਕਿ ਯੀਸ਼ੂ ਨੇ ਜਦੋਂ ਯਹੂਨਾ ਦੇ ਚੇਲੇ ਯੀਸ਼ੂ ਕੋ ਆ ਕੇ ਕਹਿੰਦੇ ਕਿ ਯਹੂਨਾ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਆ, ਤੂੰ ਵੀ ਸਾਨੂੰ ਪ੍ਰਾਰਥਨਾ ਕਰਨੀ ਸਿਖਾ। ਤਾਂ ਫਿਰ ਯੀਸ਼ੂ ਨੇ ਕਿੱਦਾਂ ਪ੍ਰਾਰਥਨਾ ਕਰਨੀ ਸਿਖਾਈ? ਪੜਾਂਗੇ ਅਸੀਂ ਬਾਈਬਲ ਚੋਂ। ਕੱਢੋ ਮੱਤੀ 6 ਅਧਿਆਇ ਉਹਦੀ 9 ਆਇਤ ਨੂੰ ਪੜਾਂਗੇ ਅਸੀਂ। ਹੇ ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸਵਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਅਤੇ ਸਾਡੇ ਕਰਜ਼ ਸਾਨੂੰ ਮਾਫ ਕਰ ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਹੈ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਾਈ ਤੋਂ ਬਚਾਓ। ਹਾਲੇਲੂਇਆ। ਹੁਣ ਇੱਥੇ ਯੀਸ਼ੂ ਨੇ ਇਹ ਪ੍ਰਾਰਥਨਾ ਕਰਨੀ ਕਿਉਂ ਸਿਖਾਈ ਕਿ ਆਵਰ ਫਾਦਰ ਇਨ ਹੈਵਨ ਮੇ ਯੋਰ ਨੇਮ ਬੀ ਕੈਪਟ ਹੋਲੀ। ਹੋਲੀ ਦਾ ਮਤਲਬ, ਪਵਿੱਤਰ ਦਾ ਮਤਲਬ ਕੀ ਹੁੰਦਾ ਆ? ਪਵਿੱਤਰ ਦਾ ਮਤਲਬ ਹੁੰਦਾ ਆ ਕਿ ਜਿਹੜਾ, ਜਦੋਂ ਅਸੀਂ ਪੁਰਾਣਾ ਇਤਨਾਮਾ ਪੜ੍ਹਦੇ ਆ, ਮੂਸਾ ਨੂੰ ਉਹਨੇ ਕਿਹਾ ਵੀ ਜਾ ਕੇ ਇਸ ਚਟਾਨ ਨੂੰ ਕਹਿ ਪਾਣੀ ਦੇ, ਤੇ ਉਹਨੇ ਕੀ ਕਰਤਾ? ਜਾ ਕੇ ਡੰਡਾ ਮਾਰਤਾ। ਕਹਿੰਦਾ ਤੂੰ ਮੈਨੂੰ ਪਵਿੱਤਰ ਨਹੀਂ ਜਾਣਿਆ, ਹਨਾ? ਤਾਂ ਕਰਕੇ ਮੂਸਾ ਨੂੰ ਕਨਾਨ ਦੇਸ਼, ਕਿਉਂਕਿ ਤੂੰ ਮੈਨੂੰ ਪਵਿੱਤਰ ਨਹੀਂ ਜਾਣਿਆ। ਸੋ ਸਾਡਾ ਪਰਮੇਸ਼ਵਰ ਆਪਣੇ ਵਰਡਸ ਦਾ ਪਰਮੇਸ਼ਵਰ ਆ। ਸਾਡਾ ਪਰਮੇਸ਼ਰ ਕਿੱਦਾਂ ਚੱਲਦਾ ਆ? ਆਪਣੇ ਲੋ ਇਸ ਵਿੱਚ ਲਿਖੀਆਂ ਦੇ ਮੁਤਾਬਿਕ। ਪਰ ਜਿਹੜਾ ਸ਼ੈਤਾਨ ਆ ਉਹਦਾ ਕੋਈ ਸੰਵਿਧਾਨ ਨਹੀਂ ਹੈ। ਉਹਨੇ ਇੱਧਰ ਨੂੰ ਵੀ ਵੜ ਜਾਣਾ, ਉਹਨੇ ਇੱਧਰ ਨੂੰ ਵੀ ਵੜ ਜਾਣਾ, ਉਹਨੇ ਇੱਧਰ ਨੂੰ ਵੀ ਵੜ ਜਾਣਾ, ਉਹਨੇ ਉੱਧਰ ਵੀ ਵੜ ਜਾਣਾ। ਪਰ ਸਾਡਾ ਪਰਮੇਸ਼ਵਰ ਕਿਹਦੇ ਮੁਤਾਬਿਕ ਚੱਲਦਾ ਆ? ਇਸ ਵਿੱਚ ਜੋ ਲਿਖਿਆ ਗਿਆ ਆ। ਔਰ ਉਹਨੇ ਕੀ ਕਿਹਾ ਆ ਕਿ ਪ੍ਰਾਰਥਨਾ ਕਰੋ ਕਿ ਹੇ ਪਿਤਾ ਤੂੰ ਜੋ ਪਵਿੱਤਰ ਹੈ, ਤੇਰਾ ਰਾਜ ਆਵੇ, ਕਿ ਸ਼ੈਤਾਨ ਦਾ ਰਾਜ ਇੱਥੋਂ ਪੱਟਿਆ ਜਾਵੇ, ਤੇਰਾ ਰਾਜ ਆਵੇ। ਕਿਉਂਕਿ ਜਦੋਂ ਤੇਰਾ ਰਾਜ ਆਏਗਾ ਤੇ ਫਿਰ ਕੀ ਪੂਰੀ ਹੋਏਗੀ? ਬਾਈਬਲ, ਇਹਦੇ ਵਿੱਚ ਜੋ ਲਿਖਿਆ ਆ। ਸਮਝ ਲੱਗੀ ਗੱਲ? ਕਿਉਂਕਿ ਜਦੋਂ ਭੇਡ ਪਛਤਾਪ ਕਰਦੀ ਹੈ, ਬੈਪਟਾਈਜ਼ ਕਰਦੀ ਹੈ, ਹੋਲੀ ਸਪਿਰਿਟ ਨੂੰ ਪਾਉਂਦੀ ਹੈ, ਉਹ ਕੀ ਬਣ ਜਾਂਦੀ ਹੈ? ਉਹ ਪਰਮੇਸ਼ਵਰ ਦੀ, ਉਹ ਗੋਡ ਦਾ ਬੱਚਾ ਬਣ ਜਾਂਦਾ ਆ, ਲਾਈਟ ਬਣ ਜਾਂਦਾ ਆ। ਔਰ ਉਹਦੇ ਵਿੱਚ ਯਹੂਨਾ ਦੀ ਰੈਵਲੇਸ਼ਨ ਦੀ ਕਿਤਾਬ 'ਚ ਕੀ ਦੇਖਦਾ ਕਿ ਮੈਂ ਸਵਰਗ ਨੂੰ ਧਰਤੀ ਦੇ ਉੱਤੇ ਉਤਰਦਿਆਂ ਦੇਖਦਾ, ਕਿ ਮੈਂ ਗੋਡ ਨੂੰ ਉਤਰਦੇ ਦੇਖਿਆ, ਉਹਦੇ ਨਿਆਂ ਨੂੰ ਉਤਰਦੇ ਦੇਖਿਆ। ਬਾਈਬਲ 'ਚ ਕੀ ਲਿਖਿਆ ਆ ਕਿ ਹਾਬਲ ਦਾ ਖੂਨ, ਪਰਮੇਸ਼ਰ ਕੀ ਕਹਿੰਦਾ? ਮੈਨੂੰ ਪੁਕਾਰ ਕੇ ਪੁਕਾਰਦਾ ਪਿਆ ਅੱਗੇ। ਜਦੋਂ ਅਸੀਂ ਯੀਸ਼ੂ ਨੂੰ ਪਹਿਨ ਲੈਂਦੇ ਆ, ਫਿਰ ਉਹ ਖੂਨ ਸਾਡੇ ਲਈ ਨਿਆਂ ਮੰਗਦਾ ਆ। ਫਿਰ ਪਰਮੇਸ਼ਵਰ ਦਾ ਰਾਜ ਪੂਰਾ ਹੋਣਾ ਸ਼ੁਰੂ ਹੁੰਦਾ ਧਰਤੀ ਦੇ ਉੱਤੇ। ਪਰ ਇਹ ਕਦੋਂ? ਜਦੋਂ ਅਸੀਂ ਮੰਗਾਂਗੇ, ਜਦੋਂ ਅਸੀਂ ਪ੍ਰੇਅਰ ਕਰਾਂਗੇ, ਹੇ ਪਿਤਾ ਜੋ ਤੂੰ ਹੋਲੀ ਹੈ। ਹੋਲੀ ਮਤਲਬ ਕਿ ਜੋ ਤੂੰ ਕਹਿਣਾ ਆ ਉੱਦਾਂ ਹੀ ਕਰਦਾ ਆ, ਔਰ ਜੋ ਇਸ ਵਿੱਚ ਲਿਖਿਆ ਆ ਮੈਂ ਉੱਤੇ ਬਲੀਵ ਕਰਦਾ ਆ, ਔਰ ਉਹੀ ਮੇਰੀ ਜ਼ਿੰਦਗੀ 'ਚ ਹੁੰਦਾ ਆ। ਔਰ ਜਦੋਂ ਮੈਂ ਪ੍ਰੇਅਰ ਕਰਦਾ ਆ, ਫਿਰ ਉਹਦਾ ਰਾਜ ਆਉਂਦਾ ਆ, ਔਰ ਸ਼ੈਤਾਨ ਦਾ ਰਾਜ ਫਿਰ ਹਟਦਾ ਆ। ਤੇ ਫਿਰ ਜਦੋਂ ਸ਼ੈਤਾਨ ਦਾ ਰਾਜ ਹਟਦਾ ਆ, ਤੇ ਫਿਰ ਉਹਦਾ ਜੋ ਉਹਨੇ ਸਾਡੇ ਆਲੇ ਦੁਆਲੇ ਜਾਲ ਵਿਛਾਇਆ ਹੋਇਆ ਨਾ, ਉਹਦੇ ਵਿੱਚੋਂ ਅਸੀਂ ਬਾਹਰ
ਨਿਕਲਦੇ ਹਾਂ, ਕਿਉਂਕਿ ਯੀਸ਼ੂ ਦਾ ਖੂਨ ਸਾਨੂੰ ਉਹਦੇ ਵਿੱਚੋਂ ਫਿਰ ਕੱਢ ਕੇ ਲੈ ਕੇ ਆਉਂਦਾ ਆ। ਫਿਰ ਇਸ ਲਈ ਸਾਡੇ ਲਈ ਮੋਸਟ ਇੰਪੋਰਟੈਂਟ ਖੁਦਾ ਦੀ ਹਜ਼ੂਰੀ ਹੋ ਜਾਂਦੀ ਆ। ਫਿਰ ਸਾਡੇ ਲਈ ਮੋਸਟ ਇੰਪੋਰਟੈਂਟ ਪਰਮੇਸ਼ਵਰ ਦਾ ਘਰ ਹੋ ਜਾਂਦਾ ਆ। ਸਾਡੇ ਲਈ ਉਹਦੇ ਘਰ 'ਚ ਆਉਣ ਵਾਲੇ ਹਰ ਇੱਕ ਪਰਸਨ ਸਾਡੇ ਲਈ ਅਜੀਜ਼ ਹੋ ਜਾਂਦਾ ਆ, ਕਿਉਂਕਿ ਹੁਣ ਕੀ ਆ ਚੁੱਕਾ ਸਵਰਗ ਦਾ ਰਾਜ। ਕਿਉਂਕਿ ਯੀਸ਼ੂ ਨੇ ਇਹੀ ਪ੍ਰਚਾਰ ਕੀਤਾ, ਮੁੜੋ ਤੌਬਾ ਕਰੋ, ਸਵਰਗ ਦਾ ਰਾਜ ਨੇੜੇ ਹੈ। ਹਾਲੇਲੂਇਆ। ਸੋ ਸਵਰਗ ਦਾ ਰਾਜ ਨੇੜੇ ਆ, ਨੇੜੇ ਨਹੀਂ ਆ ਚੁੱਕਾ ਹੈ ਸਾਡੇ 'ਚ। ਹਾਲੇਲੂਇਆ, ਹਾਲੇਲੂਇਆ। ਸੋ ਅਸੀਂ ਸਾਰਿਆਂ ਨੇ ਹੁਣ ਕਿਹਦੇ ਰਾਜ ਨੂੰ ਉਖਾੜਨਾ ਆ? ਸ਼ੈਤਾਨ ਦੇ ਰਾਜ ਨੂੰ। ਕਿਉਂਕਿ ਫਿਰ ਕਦੋਂ ਉਖੜੇਗਾ? ਜਦੋਂ ਮੈਂ ਪ੍ਰੇਅਰ ਕਰਾਂਗਾ। ਕਿਉਂਕਿ ਮੈਂ ਇਹਨੂੰ ਹੋਰ ਨਹੀਂ ਹੋਣ ਦੇਣਾ ਕਿ ਇਹ ਕਰਪਸ਼ਨ ਸਾਡੇ ਚਰਚ 'ਚ, ਸਾਡੀਆਂ ਜ਼ਿੰਦਗੀਆਂ 'ਚ, ਸਾਡੇ ਫੈਮਲੀਆਂ 'ਚ ਫੈਲਾਵੇ। ਹਾਲੇਲੂਇਆ। ਕਿਉਂਕਿ ਅਸੀਂ ਕਿਹਦੇ ਆ? ਯੀਸ਼ੂ ਦੇ ਆ। ਅਸੀਂ ਸਵਰਗ ਰਾਜ ਦੇ ਬੱਚੇ ਆ। ਔਰ ਸਵਰਗ ਦੇ ਵਿੱਚ ਕੀ ਲਿਖਿਆ ਹੋਇਆ? ਸੋਨੇ ਦੀਆਂ ਸੜਕਾਂ, ਸੁੱਖ, ਆਨੰਦ, ਜੋਏ, ਹੋਲੀਨੈਸ, ਔਰ ਉਹ ਸਾਡਾ ਪੋਰਸ਼ਨ ਹੈ। ਹਾਲੇਲੂਇਆ, ਹਾਲੇਲੂਇਆ। ਪਰ ਭੈਣ ਭਰਾਵੋ, ਇਹ ਹੋਣਾ ਕਿੱਦਾਂ ਆ? ਜਦੋਂ ਤੁਸੀਂ ਤੇ ਮੈਂ ਨੀਂਦ ਚੋਂ ਉੱਠਾਂਗੇ, ਜਦੋਂ ਤੁਸੀਂ ਤੇ ਮੈਂ ਪ੍ਰੇਅਰ ਕਰਾਂਗੇ ਕਿ ਪਿਤਾ ਤੇਰਾ ਰਾਜ ਆਵੇ, ਤੇਰਾ ਰਾਜ ਮੇਰੀ ਜ਼ਿੰਦਗੀ 'ਚ ਆਵੇ। ਉਹਦਾ ਰਾਜ ਕਿੱਥੇ ਹੋਣਾ ਆ? ਮੇਰੇ ਅੰਦਰ ਹੋਣਾ ਆ। ਔਰ ਉਹਦਾ ਰਾਜ ਕਦੋਂ ਹੈ? ਜਦੋਂ ਮੈਂ ਹੋਲੀ ਸਪਿਰਿਟ ਨੂੰ ਪਾਇਆ ਹੋਇਆ ਆ। ਮੈਂ ਜਦੋਂ ਹੋਲੀ ਸਪਿਰਿਟ ਮੇਰੀ ਜ਼ਿੰਦਗੀ 'ਚ ਕੰਮ ਕਰਦਾ ਆ, ਤੇ ਫਿਰ ਸ਼ੈਤਾਨ ਦੀਆਂ ਜੜ੍ਹਾਂ ਜਿਹੜੀਆਂ ਨਾ ਉਹ ਪੱਟੀਆਂ ਜਾਣਗੀਆਂ। ਹਾਲੇਲੂਇਆ, 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 ਹਾਲੇਲੂਇਆ। ਥੈਂਕ ਯੂ ਜੀਸਸ। ਪ੍ਰਭੂ ਜੀ ਧੰਨਵਾਦ ਕਰਦੇ ਹਾਂ ਅੱਜ ਇਹਨਾਂ ਪਾਵਰਫੁਲ ਵਚਨਾਂ ਦੇ ਲਈ। ਔਰ ਮੈਂ ਬਲੀਵ ਕਰਦਾ ਹਾਂ ਅੱਜ ਸਵਰਗ ਦਾ ਰਾਜ ਸਾਡੀਆਂ ਵਿਚਕਾਰ ਹੈ, ਸਵਰਗ ਦਾ ਰਾਜ ਸਾਡੀ ਜ਼ਿੰਦਗੀਆਂ ਦੇ ਵਿੱਚ ਹੈ। ਔਰ ਇਹ ਸ਼ੈਤਾਨ ਸਾਡੀਆਂ ਜ਼ਿੰਦਗੀਆਂ 'ਚ ਹੋਰ ਵਰਕ ਨਹੀਂ ਕਰ ਸਕਦਾ ਨਾ। ਮੈਂ ਇਸ ਨੂੰ ਕੈਂਸਲ ਕਰਦਾ ਹਾਂ ਆਪਣੀਆਂ ਲਾਈਫ ਦੇ ਵਿੱਚ। ਇੱਕ ਇੱਕ ਭੈਣ ਦੀ, ਇੱਕ ਇੱਕ ਭਰਾ ਦੀ ਜ਼ਿੰਦਗੀ 'ਚੋਂ ਹੈ ਸ਼ੈਤਾਨ ਤੂੰ ਡਿਫੀਟਡ ਇਨ ਦ ਨੇਮ ਆਫ ਜੀਸਸ। ਕਿਉਂਕਿ ਇਹਨਾਂ ਨੂੰ ਮੈਂ ਯੀਸ਼ੂ ਦੇ ਖੂਨ ਦੇ ਥੱਲੇ, ਯੀਸ਼ੂ ਦੇ ਬਦਨ ਦੇ ਥੱਲੇ ਛੁਪਾ ਦਿੰਦਾ ਆ। ਯੈਸ, ਹਾਲੇਲੂਇਆ। ਦੇਖੋ, ਬਹੁਤ ਦੁਨੀਆ ਦੇ ਵਿੱਚ ਪੜ੍ਹੇ ਲਿਖੇ ਆ, ਬਹੁਤ ਇੰਟੈਲੀਜੈਂਟ ਅਸੀਂ ਸਿੱਖ ਲਿਆ, ਪਰ ਸਾਨੂੰ ਫੇਵਰ ਦੀ ਜ਼ਰੂਰਤ ਹੈ। ਔਰ ਉਹ ਫੇਵਰ ਕਿੱਥੋਂ ਆਉਂਦੀ ਹੈ? ਸਵਰਗ ਦੇ ਵਿੱਚੋਂ। ਠੀਕ ਹੈ, ਸਾਨੂੰ ਗਰੋ ਕਰਨ ਦੇ ਲਈ, ਸਾਨੂੰ ਫੈਲਣ ਦੇ ਲਈ, ਸਾਨੂੰ ਉન્નਤੀ ਕਰਨ ਦੇ ਲਈ ਫੇਵਰ ਦੀ ਲੋੜ ਹੈ। ਔਰ ਯੀਸ਼ੂ ਰੈਡੀ ਹੈ, ਕਿਉਂਕਿ ਉਹ ਸਾਡਾ ਪਿਤਾ ਆ। ਔਰ ਉਹ ਵਿਕਟੋਰੀਅਸ ਹੈ, ਔਰ ਇਸ ਲਈ ਅਸੀਂ ਵਿਕਟੋਰੀਅਸ ਹੈ। ਹਾਲੇਲੂਇਆ, ਥੈਂਕ ਯੂ ਜੀਸਸ, ਪ੍ਰੇਜ਼ ਦ ਲਾਰਡ, ਗॉड ਬਲੈਸ ਯੂ ਆਲ। ਹਾਲੇਲੂਇਆ। ਔਰ ਅੱਜ ਸਭ ਨੇ ਜਾ ਕੇ ਇਹਨੂੰ ਬਹੁਤ, ਇਹ ਦੇਖੋ, ਇਹ ਪੜ੍ਹਨੀ ਬਹੁਤ, ਬਾਈਬਲ ਪੜ੍ਹਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ, ਪੜ੍ਹੋ ਜਾ ਕੇ ਇਹਨੂੰ, ਤੁਹਾਡੀਆਂ ਜ਼ਿੰਦਗੀਆਂ ਬਦਲ ਜਾਣਗੀਆਂ। ਤੁਸੀਂ ਸੇਮ ਨਹੀਂ ਰਹੋਗੇ, ਕਿਉਂਕਿ ਜਦੋਂ ਸ਼ੈਤਾਨ ਤੁਹਾਡੀਆਂ ਲਾਈਫ ਚੋਂ ਨਿਕਲ ਜਾਊਗਾ ਨਾ, ਤੁਹਾਡਾ ਹਰ ਇੱਕ ਜ਼ਿੰਦਗੀ ਦਾ ਹਿੱਸਾ ਬਲੈਸ ਹੋ ਜਾਊਗਾ। ਤੁਸੀਂ ਆਨੰਦ ਨਾ ਭਰ ਜਾਓਗੇ, ਤੁਸੀਂ ਜੋਏ ਨਾ ਭਰ ਜਾਓਗੇ। ਤੁਹਾਨੂੰ ਬਾਕੀ ਚੀਜ਼ਾਂ ਜਿਹੜੀਆਂ ਬਹੁਤ ਛੋਟੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਆ। ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਣਾ ਕਿ ਮੈਂ ਆਪਣੀ ਲਾਈਫ ਦਾ ਕਿੰਨਾ ਹਿੱਸਾ ਬਰਬਾਦ ਕਰ ਦਿੱਤਾ ਆ ਦੁਨੀਆ ਦੇ ਕੰਮਾਂ ਦੇ ਵਿੱਚ, ਦੁਨੀਆ ਦੇ ਵਿੱਚ। ਹੁਣ ਜਿੰਨਾ ਮੇਰੇ ਕੋਲ ਸਮਾਂ ਰਹਿ ਗਿਆ ਆ, ਮੈਂ ਇਹਨੂੰ ਹੋਰ ਜ਼ਿਆਦਾ ਪਰਮੇਸ਼ਵਰ ਨੂੰ ਦੇਵਾਂ, ਮੈਂ ਹੋਰ ਜ਼ਿਆਦਾ ਬਾਈਬਲ ਪੜ੍ਹਾਂ। ਹਾਲੇਲੂਇਆ। ਸੋ ਸਭ ਜਨ ਬਾਈਬਲ ਨੂੰ ਪੜ੍ਹਿਆ ਕਰੋ। ਹਾਲੇਲੂਇਆ। ਔਰ ਤੁਹਾਡੀ ਲਾਈਫ ਟਰਾਂਸਫੋਰਮੇਸ਼ਨ ਹੋ ਜਾਏਗੀ। ਆਮੇਨ। ਪ੍ਰੇਜ਼ ਦ ਲਾਰਡ, ਗਲੋਰੀ ਟੂ ਦ ਗॉड। ਥੈਂਕ ਯੂ।